ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲਈ। ਉਹ ਖਬਰਾਂ ਜਿਨ੍ਹਾਂ ਬਾਰੇ ਕੈਨੇਡਾ ਦੇ ਵਿੱਚ ਸਾਰਾ ਦਿਨ ਚਰਚਾ ਹੁੰਦੀ ਰਹੀ ਆ। ਵਿਸ਼ਵ ਦੀਆਂ ਜਾਂ ਕੈਨੇਡਾ ਦੀਆਂ ਪ੍ਰਮੁੱਖ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਸੁਰਖੀਆਂ ਬਣੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਯੂਕਰੇਨ ਰੂਸ ਦਾ ਯੁੱਧ ਬਿਨਾਂ ਸ਼ੱਕ ਇਸ ਵੇਲੇ ਚਰਚਾ ਦੇ ਵਿੱਚ ਆ। ਰੋਜ਼ਾਨਾ ਦੀ ਤਰ੍ਹਾਂ ਉਹਦੇ ਬਾਰੇ ਗੱਲਬਾਤ ਹੋ ਰਹੀ ਆ। ਉਹਦਾ ਅਸਰ ਦੁਨੀਆ ਦੇ ਉੱਤੇ ਕੀ ਹੋ ਰਿਹਾ, ਕਿਉਂਕਿ ਯੂਕਰੇਨ ਦੇ ਵਿੱਚ, ਰੂਸ ਦੇ ਵਿੱਚ ਇਹਨਾਂ ਥਾਵਾਂ ਦੇ ਉੱਤੋਂ ਬਹੁਤ ਸਾਰੀ ਪ੍ਰੋਡਕਸ਼ਨ ਹੁੰਦੀ ਹੈ ਜਿਹੜੀ ਦੁਨੀਆ ਦੇ ਵਿੱਚ ਜਾਂਦੀ ਹੈ, ਉਹਦੇ ਉੱਤੇ ਅਸਰ ਪੈ ਰਿਹਾ। ਕੈਨੇਡਾ ਦੇ ਵਿੱਚ ਕੋਵਿਡ ਦੁਬਾਰਾ ਵੱਧ ਸਕਦਾ, ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਮਾਹਰ ਇਹਦੇ ਬਾਰੇ ਕੀ ਕਹਿ ਰਹੇ ਆ ਕਿ ਦੁਬਾਰਾ ਇਹਦੀ ਕੋਈ ਵੇਵ ਆ ਸਕਦੀ ਆ। ਬਰਨਵੀ ਦੇ ਵਿੱਚ ਇੱਕ ਜੋੜੇ ਨੇ 36 ਸਾਲ ਇੱਕੋ ਨੰਬਰ 'ਤੇ ਲਾਟਰੀ ਪਾਈ ਗਏ ਅਤੇ ਪਿਛਲੇ ਦਿਨੀ ਉਹਨਾਂ ਦੀ ਲਾਟਰੀ ਨਿਕਲ ਗਈ। ਉਹ ਵੀ ਤੁਹਾਡੇ ਨਾਲ ਖਬਰ ਦੱਸਾਂਗੇ। ਵੱਧਦੀ ਮਹਿੰਗਾਈ ਦੇ ਕਾਰਨ ਕੈਨੇਡਾ ਦੇ ਵਿੱਚ ਇੱਕ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ ਕਿ ਲੋਕਾਂ ਨੂੰ ਖਾਣ ਪੀਣ ਦਾ ਫਿਕਰ ਹੋ ਗਿਆ। ਲਗਭਗ ਅੱਧੇ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਵੇਲੇ ਖਾਣ ਪੀਣ ਦਾ ਫਿਕਰ ਹੋ ਗਿਆ ਕਿ ਇਸ ਮਹਿੰਗਾਈ ਦੇ ਵਿੱਚ ਉਹਨਾਂ ਨੇ ਆਪਣਾ ਖਾਣਾ ਪੀਣਾ ਕਿੱਦਾਂ ਪੂਰਾ ਕਰਨਾ, ਇਹਦੇ ਬਾਰੇ ਚਿੰਤਤ ਨੇ। ਸੋ ਇਹ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਜਿਹੜੀ ਤੁਹਾਡੇ ਨਾਲ ਕਰਨੀ ਆ ਕਿ ਕੋਵਿਡ-19 ਦੁਨੀਆ ਦੇ ਕੁਝ ਹਿੱਸਿਆਂ ਦੇ ਵਿੱਚ ਵੱਧ ਰਿਹਾ। ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਆ ਕਿ ਜਿੱਥੇ ਪਹਿਲਾਂ ਕਈ ਵਾਰੀ ਇੱਦਾਂ ਹੋ ਚੁੱਕਿਆ ਕਿ ਇੱਕ ਵਾਰੀ ਇਹ ਥੱਲੇ ਆ ਜਾਂਦਾ ਅਤੇ ਮੁੜ ਕੇ ਫੇਰ ਸ਼ੁਰੂ ਹੋ ਜਾਂਦਾ, ਕੀ ਹੁਣ ਵੀ ਇਸੇ ਤਰ੍ਹਾਂ ਹੋਊਗਾ? ਕਦੇ ਡੈਲਟਾ ਵੇਰੀਐਂਟ ਆਉਂਦਾ, ਕਦੇ ਬੀਟਾ ਵੇਰੀਐਂਟ ਆਉਂਦਾ, ਕਦੇ ਓਮੀਕਰੋਨ ਵੇਰੀਐਂਟ ਆਉਂਦਾ ਅਤੇ ਹੁਣ ਓਮੀਕਰੋਨ ਦਾ ਅੱਗੇ ਸਬ ਵੇਰੀਐਂਟ ਇੱਕ BA.2 ਦੱਸਿਆ ਜਾ ਰਿਹਾ ਕਿ ਉਹ ਚਰਚਾ ਦੇ ਵਿੱਚ ਆ। ਕੀ ਦੁਬਾਰਾ ਇਹਨਾਂ ਗਰਮੀਆਂ ਦੇ ਵਿੱਚ ਕਿਤੇ ਇੱਦਾਂ ਤਾਂ ਨਹੀਂ ਹੋਊਗਾ ਕਿ ਇੱਕ ਵਾਰੀ ਸਾਰੀ ਖੁੱਲ੍ਹ ਮਿਲ ਗਈ ਅਤੇ ਉਹਦੇ ਤੋਂ ਬਾਅਦ ਦੁਬਾਰਾ ਫੇਰ ਲੋਕਡਾਊਨ ਲਾਉਣਾ ਪੈ ਜਾਵੇ ਜਾਂ ਕੁਛ ਬੰਦਸ਼ਾਂ ਲਾਉਣੀਆਂ ਪੈ ਜਾਣ? ਲੋਕ ਇਹਦੇ ਬਾਰੇ ਚਿੰਤਤ ਨੇ, ਮਾਹਰਾਂ ਦੇ ਨਾਲ ਗੱਲ ਕਰ ਰਹੇ ਆ ਅਤੇ ਮਾਹਰ ਇਹਦੇ ਬਾਰੇ ਆਪਣੀ ਰਾਏ ਦੱਸ ਰਹੇ ਆ। ਦੱਸਿਆ ਇਹ ਜਾ ਰਿਹਾ ਕਿ ਹੁਣ ਇਸ ਹਾਲਤ ਦੇ ਵਿੱਚ ਕੁਛ ਲੋਕ ਤਾਂ ਜਿਹੜੇ ਮਾਹਰ ਨੇ ਉਹ ਚਿੰਤਾ ਇਹ ਕਰ ਰਹੇ ਆ ਕਿ ਕੋਵਿਡ ਖਤਮ ਨਹੀਂ ਹੋਇਆ, ਇਹਨੇ ਸ਼ਾਇਦ ਹੋਣਾ ਵੀ ਨਹੀਂ। ਦੂਜੀ ਗੱਲ, ਇਹ ਉਹ ਸਮਾਂ ਆ ਜਦੋਂ ਪਾਬੰਦੀਆਂ ਚੱਕੀਆਂ ਜਾ ਰਹੀਆਂ ਅਤੇ ਪੂਰੀ ਦੁਨੀਆ ਦੇ ਵਿੱਚੋਂ ਵੀ ਚੱਕੀਆਂ ਜਾ ਰਹੀਆਂ। ਤੀਜੀ ਗੱਲ, ਲੋਕ ਅੱਕੇ ਪਏ ਆ, ਲੋਕ ਖਿਆਲ ਨਹੀਂ ਰੱਖ ਰਹੇ। ਹੁਣ ਇਹ ਸਾਰੇ ਫੈਕਟਰ ਇਸ ਗੱਲ ਦੇ ਹੱਕ ਵਿੱਚ ਜਾਂਦੇ ਆ ਕਿ ਜੇ ਕਿਤੇ ਵਾਇਰਸ ਹੈਗਾ ਤਾਂ ਜ਼ਿਆਦਾ ਫੈਲ ਸਕਦਾ ਹੈ। ਕੋਵਿਡ-19 ਪ੍ਰੋਟੋਕੋਲ ਨੂੰ ਚੱਕਣ ਦੇ ਨਾਲ BA.2 ਜਿਹੜਾ ਇਹਦਾ ਓਮੀਕਰੋਨ ਵੇਰੀਐਂਟ ਦੀ ਇੱਕ ਅੱਗਿਓਂ ਕਿਸਮ ਦੱਸੀ ਜਾ ਰਹੀ ਆ। ਇਸ ਆਉਣ ਵਾਲੇ ਸਮੇਂ ਦੇ ਵਿੱਚ ਇਹ ਫੋਰਕਾਸਟ ਕੀਤਾ ਜਾ ਰਿਹਾ ਕਿ ਇਹਦੇ ਕੇਸ ਵੱਧ ਸਕਦੇ ਆ। ਹੁਣ ਦੁਬਾਰਾ ਲੋਕਡਾਊਨ ਨਹੀਂ ਲੱਗੂਗਾ ਜਾਂ ਦੁਬਾਰਾ ਇਹ ਸਾਰਾ ਕੁਝ ਨਹੀਂ ਵਾਪਰੂਗਾ, ਇਹਦੇ ਹੱਕ ਵਿੱਚ ਡਾਕਟਰ ਦਲੀਲ ਦੇ ਰਿਹਾ ਕਿ ਇਸ ਵੇਲੇ ਵੈਕਸੀਨੇਸ਼ਨ ਬਹੁਤ ਹੋ ਗਈ ਆ। ਦੂਜੀ ਗੱਲ, ਇਹ ਇੰਨਾ ਜ਼ਿਆਦਾ ਫੈਲਦਾ ਨਜ਼ਰ ਨਹੀਂ ਆ ਰਿਹਾ। ਬਹੁਤ ਸਾਰੇ ਜਿਹੜੇ ਕੈਨੇਡਾ ਦੇ ਇਮਿਊਨਾਈਜੇਸ਼ਨ ਜਿਹੜੇ ਹੈਗੇ ਇਹਦੇ ਉੱਤੇ ਐਗਰੀ ਕਰਦੇ ਆ ਕਿ ਇਹ ਸਬ ਵੇਰੀਐਂਟ ਇੰਨੀ ਜ਼ਿਆਦਾ ਚਿੰਤਾ ਪੈਦਾ ਨਹੀਂ ਕਰ ਸਕਦਾ, ਮੁੜ ਕੇ ਕਦੇ ਵੀ ਉਹ ਹਾਲਾਤ ਨਹੀਂ ਪੈਦਾ ਹੋ ਸਕਦੇ। ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫਿਸਰ ਨੇ ਵੀ ਇਹ ਗੱਲ ਕਹੀ ਆ, ਆਫਿਸਰ ਡਾਕਟਰ ਥਰੀਸਾ ਟਾਈਮ ਨੇ ਵੀ ਇਹ ਗੱਲ ਕਹੀ ਆ। ਪਿਛਲੇ ਹਫ਼ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਵਿਡ-19 ਦੇ ਬਹੁਤ ਇੱਕ ਉਸ ਫੇਜ਼ ਦੇ ਵਿੱਚੋਂ ਲੰਘ ਰਹੇ ਹਾਂ ਜਿੱਥੇ ਇਹ ਇਹਦੀ ਜਿਹੜੀ ਰੀਸਰਜੈਂਸ ਆ ਹੋ ਸਕਦੀ ਆ। ਪਰ ਹੁਣ ਜਿਹੜੀ ਗੱਲਬਾਤ ਸਾਹਮਣੇ ਆ ਰਹੀ ਆ ਕਿ ਜਿਹੜੇ ਐਵੀਡੈਂਸ ਇਸ ਵੇਲੇ ਦੇ ਰਹੇ ਆ ਤਾਂ ਇਹ ਦੱਸ ਰਹੇ ਆ ਕਿ ਇਹ ਜ਼ਿਆਦਾ ਟਰਾਂਸਮਿਟ ਹੁੰਦਾ ਓਮੀਕਰੋਨ ਦੇ ਨਾਲੋਂ। ਪਰ ਇਹਦੇ ਨਾਲ ਨੁਕਸਾਨ ਜ਼ਿਆਦਾ ਕਿਉਂ ਨਹੀਂ ਹੋ ਰਿਹਾ? ਕਿਉਂਕਿ ਲੋਕਾਂ ਦੇ ਵਿੱਚ ਵੈਕਸੀਨੇਸ਼ਨ ਬਹੁਤ ਲੱਗ ਗਈ ਹੈ। ਸਵੀਅਰ ਇਲਨੈਸ ਨਹੀਂ ਹੋ ਸਕਦੀ। ਜਿਹੜਾ ਇੰਟਰਨੈਸ਼ਨਲ ਡਾਟਾ ਉਹ ਵੀ ਦੱਸ ਰਿਹਾ ਵੀ ਕਿਸੇ ਵੀ ਥਾਂ ਦੇ ਉੱਤੇ ਸਵੀਅਰ ਇਲਨੈਸ ਨਹੀਂ ਹੋਈ, ਇਹਦੇ ਨਾਲ ਕੋਈ ਵੀ ਇੱਦਾਂ ਦੀ ਗੱਲਬਾਤ ਨਹੀਂ ਆਈ। ਚਿੰਤਾ ਸਾਨੂੰ ਚੀਨ ਪੈਦਾ ਕਰ ਰਿਹਾ। ਚੀਨ ਤੋਂ ਹੀ ਇਹ ਪਹਿਲਾਂ ਗੱਲਬਾਤ ਸ਼ੁਰੂ ਹੋਈ ਸੀ ਅਤੇ ਇਸ ਵੇਲੇ ਵੀ ਉਹਨਾਂ ਨੇ ਕਿੰਨੇ ਲੱਖਾਂ ਲੋਕਾਂ ਨੂੰ ਬੜੇ ਸਖਤ ਲੋਕਡਾਊਨ ਦੇ ਵਿੱਚ ਰੱਖਿਆ ਆ। ਪਰ ਕੈਨੇਡਾ ਨੂੰ ਆਪਣੀ ਵੈਕਸੀਨੇਸ਼ਨ ਦੇ ਉੱਤੇ ਯਕੀਨ ਆ। ਕੈਨੇਡਾ ਦੇ ਵਿੱਚ ਬਹੁਤ ਹਾਈ ਇਮਿਊਨਾਈਜੇਸ਼ਨ ਰੇਟ ਆ। 81% ਪਾਪੂਲੇਸ਼ਨ ਨੂੰ ਜਿਹੜੀ ਦੋਵੇਂ ਵੈਕਸੀਨ ਦੀਆਂ ਡੋਜ਼ ਲੱਗ ਚੁੱਕੀਆਂ, ਜਾਣੀ ਕਿ ਉਹ ਫੁੱਲੀ ਵੈਕਸੀਨੇਟਡ ਨੇ। ਅਤੇ ਹੁਣ ਇਹ ਹੌਸਪੀਟਲਾਈਜੇਸ਼ਨ ਜਿਹੜੀ ਆ ਉਹ ਵੀ ਨਹੀਂ ਇੰਨੀ ਜ਼ਿਆਦਾ ਮੈਨੇਜ ਹੋ ਸਕਦੀ ਆ। ਸੋ ਇਹ ਗੱਲਬਾਤ ਇਸ ਵੇਲੇ ਦੱਸ ਰਹੀ ਆ ਕਿ ਹੁਣ ਬਹੁਤ ਘੱਟ ਸੰਭਾਵਨਾ ਆ ਕਿ ਦੁਬਾਰਾ ਇਹ ਸਾਰਾ ਕੁਛ ਸਾਹਮਣੇ ਆਊਗਾ ਜਾਂ ਦੁਬਾਰਾ ਇਹਦੇ ਨਾਲ ਕੋਈ ਪਾਬੰਦੀਆਂ ਲਾਉਣੀਆਂ ਪੈਣਗੀਆਂ ਜਿੱਥੋਂ ਇਹ ਚੱਕ ਦਿੱਤੀਆਂ। ਜਿਹੜੇ ਬਹੁਤ ਹਾਰਡ ਹਿੱਟ ਰੀਜਨ ਨੇ ਜਿੱਥੇ BA.1 ਦੀ ਵਾਧਾ ਹੋਇਆ ਆ, ਇਹ ਉੱਥੇ ਹੀ ਸਰਕੂਲੇਟ ਕਰ ਰਿਹਾ ਜਿੱਥੇ ਇਸ ਵੇਲੇ ਵੈਕਸੀਨੇਸ਼ਨ ਬਹੁਤ ਘੱਟ ਆ। ਸੋ ਜਿਹੜੇ ਲੋਕ ਇਹਦੇ ਨਾਲ ਵੈਕਸੀਨੇਸ਼ਨ ਨਹੀਂ ਲਵਾਈ ਜਾਂ ਪਹਿਲਾਂ ਹੀ ਉਹਨਾਂ ਦੀ ਕੋਈ ਨਾ ਕੋਈ ਕੰਡੀਸ਼ਨ ਉੱਦਾਂ ਦੀ ਆ, ਉੱਥੇ ਥੋੜ੍ਹੀ ਬਹੁਤੀ ਚਿੰਤਾ ਹੋ ਸਕਦੀ ਆ, ਕੋਈ ਵੇਵ ਦੁਨੀਆ ਦੇ ਉਸ ਹਿੱਸੇ ਦੇ ਵਿੱਚ ਆ ਸਕਦੀ ਆ। ਪਰ ਕੈਨੇਡਾ ਵਰਗਾ ਦੇਸ਼ ਜਿੱਥੇ ਇਸ ਵੇਲੇ ਲੋਕਾਂ ਨੇ ਦੂਜੀ ਤੋਂ ਬਾਅਦ ਤੀਜੀ ਡੋਜ਼ ਵੀ ਲਵਾ ਲਈ ਆ ਬਹੁਤਿਆਂ ਨੇ, ਉੱਥੇ ਇਹ ਇੰਨਾ ਜ਼ਿਆਦਾ ਕੁਛ ਸਵੀਅਰ ਕਰ ਦੇਵੇ ਕਿ ਜਿਹਦੇ ਨਾਲ ਦੁਬਾਰਾ ਫਿਰ ਪਾਬੰਦੀਆਂ ਲਾਉਣੀਆਂ ਪੈ ਜਾਣ। ਇਹ ਲੱਗਦਾ ਕਿ ਇਸ ਤਰ੍ਹਾਂ ਨਹੀਂ ਹੋਣਾ। ਇਹ ਦੁਬਾਰਾ ਉਸ ਤਰ੍ਹਾਂ ਦੀ ਹਾਲਤ ਇੱਥੇ ਨਹੀਂ ਬਣ ਸਕਦੀ।
ਜਿਹੜੇ ਕੈਨੇਡਾ ਦੇ ਵਿੱਚ 150 ਰਿਸਰਚ ਚੇਅਰ ਮੈਥਮੈਟਿਕਸ ਫॉर ਐਵੋਲੂਸ਼ਨ ਦੇ ਵਿੱਚ ਹੈਗੇ ਆ, ਜਿਹੜੇ ਇਹਦੀ ਮਾਡਲਿੰਗ ਕਰਦੇ ਆ ਕਿ ਕਿੰਨਾ ਇਹ ਵੱਧ ਸਕਦਾ ਤੇ ਕਿੰਨਾ ਇਹ ਘਟ ਸਕਦਾ, ਉਹ ਵੀ ਇਸ ਵੇਲੇ ਗੱਲਬਾਤ ਦੱਸ ਰਹੇ ਆ ਕਿ ਜੇ ਉਹ ਮਾਡਲਿੰਗ ਵੀ ਦੇਖੀ ਜਾਵੇ ਤਾਂ ਲੱਗਦਾ ਨਹੀਂ ਕਿ ਇੱਥੇ ਇਹਦੀ ਟਰਾਂਸਮਿਸ਼ਨ ਇੰਨੀ ਜ਼ਿਆਦਾ ਹੋਊਗੀ, ਇੰਨਾ ਜ਼ਿਆਦਾ ਇੱਧਰ ਉੱਧਰ ਫੈਲੂਗਾ। ਸੋ ਜਿਹੜੀਆਂ ਬੂਸਟਰ ਡੋਜ਼ਸ ਆ ਉਹਦਾ ਵੀ ਇੱਕ ਬਹੁਤ ਵੱਡਾ ਰੋਲ ਆ, ਬਹੁਤ ਸਾਰੇ ਲੋਕਾਂ ਨੇ ਬੂਸਟਰ ਡੋਜ਼ ਵੀ ਲਵਾਈ ਆ। ਸਾਰੇ ਫੈਕਟਰਸ ਜਦੋਂ ਇੱਕ ਪਾਸੇ ਮਾਹਰ ਇਹ ਰੱਖ ਰਹੇ ਆ ਇਹਦਾ ਪੁਰਾਣਾ ਹਿਸਟਰੀ ਕਿ ਪਹਿਲਾਂ ਕੀ ਕੀ ਹੁੰਦਾ ਰਿਹਾ ਤੇ ਹੁਣ ਦੀ ਹਾਲਤ ਨੂੰ ਸਾਹਮਣੇ ਰੱਖ ਰਹੇ ਆ, ਤਾਂ ਸਾਫ਼ ਤੌਰ ਦੇ ਉੱਤੇ ਕਿਹਾ ਜਾ ਰਿਹਾ ਕਿ ਇਹ ਕੋਵਿਡ ਖਤਮ ਨਹੀਂ ਹੋਇਆ, ਪਰ ਹੁਣ ਏਡੀ ਚਿੰਤਾ ਵਾਲੀ ਗੱਲ ਨਹੀਂ, ਇੱਦਾਂ ਨਹੀਂ ਹੋ ਸਕਦਾ ਕਿ ਦੁਬਾਰਾ ਪਹਿਲਾਂ ਵਰਗਾ ਇਹ ਸਾਰਾ ਕੁਝ ਹੋਵੇ ਜਾਂ ਦੁਬਾਰਾ ਪਾਬੰਦੀਆਂ ਲਾਉਣੀਆਂ ਪੈਣ ਜਾਂ ਦੁਬਾਰਾ ਲੋਕਡਾਊਨ ਲਾਉਣਾ ਪਵੇ। ਰੂਸ ਯੂਕਰੇਨ ਮਾਮਲੇ ਦਾ ਅਸਰ ਦੁਨੀਆ ਦੇ ਉੱਤੇ ਪੈ ਰਿਹਾ, ਹਰ ਇੱਕ ਸੈਕਟਰ ਦੇ ਉੱਤੇ ਪਿਆ, ਕਿਉਂਕਿ ਆਇਲ ਦੇ ਉੱਤੇ ਅਸਰ ਪਿਆ, ਕਰੂਡ ਆਇਲ ਦੇ ਉੱਤੇ, ਉਹਦੇ ਨਾਲ ਹੀ ਪ੍ਰੋਡਕਸ਼ਨ ਸਾਰੀ ਇੰਡਸਟਰੀਆਂ ਉਹਦੇ ਨਾਲ ਹੀ ਸੰਬੰਧਿਤ ਆ। ਹੁਣ ਦੂਜਾ ਇੱਕ ਵੱਡਾ ਜਿਹੜਾ ਵਰਲਡ ਵਾਈਡ ਅਸਰ ਪੈ ਰਿਹਾ ਉਹ ਫਰਟੀਲਾਈਜ਼ਰ ਦਾ ਪੈ ਰਿਹਾ ਕਿ ਦੁਨੀਆ ਦੇ ਵਿੱਚ ਜਿਹੜੇ ਖਾਦ ਨੇ ਉਹ ਯੂਕਰੇਨ ਰਸ਼ੀਆ ਕਨਫਲਿਕਟ ਦੇ ਵਿੱਚੋਂ ਐਗਰੀਕਲਚਰ ਇੰਡਸਟਰੀ ਦੇ ਉੱਤੇ ਸਭ ਤੋਂ ਵੱਡਾ ਅਸਰ ਪੈ ਰਿਹਾ। ਜਿਹੜੀਆਂ ਵੈਸਟਰਨ ਸੈਂਕਸ਼ਨਸ ਲੱਗੀਆਂ ਉਹਨਾਂ ਦੇ ਉੱਤੇ ਰਸ਼ੀਆ ਜਿਹੜਾ ਪੋਟਾਸ਼ ਦਾ ਮੇਜਰ ਐਕਸਪੋਰਟਰ ਆ, ਪੋਟਾਸ਼ ਦਾ ਹੀ ਨਹੀਂ, ਅਮੋਨੀਆ ਦਾ, ਯੂਰੀਏ ਦਾ ਤੇ ਦੂਜੇ ਜਿਹੜੇ ਸੋਇਲ ਨਿਊਟ੍ਰੀਐਂਟਸ ਨੇ, ਜਿਹੜੇ ਵੀ ਆਪਾਂ ਖਾਦ ਖੇਤਾਂ ਨੂੰ ਪਾਉਂਦੇ ਆ, ਚਾਹੇ ਉਹ ਪੰਜਾਬ ਦੇ ਵਿੱਚ ਡਾਇਆਮੋਨੀਅਮ ਫਾਸਫੇਟ ਹੁੰਦਾ ਸੀ ਜਾਂ NPK ਯੂਰੀਆ ਹੁੰਦਾ ਸੀ, ਇਹ ਜਿੰਨੇ ਵੀ ਫਰਟੀਲਾਈਜ਼ਰ ਨੇ, ਇਹਦੇ ਜਿੰਨੇ ਨਿਊਟ੍ਰੀਐਂਟਸ ਨੇ, ਨਾਈਟ੍ਰੋਜਨ ਆ, ਫਾਸਫੋਰਸ ਆ, ਪੋਟਾਸ਼ੀਅਮ ਆ, ਇਹ ਸਾਰੇ ਬੇਸਿਕਲੀ ਰੂਸ ਦੇ ਵਿੱਚੋਂ ਪੂਰੀ ਦੁਨੀਆ ਨੂੰ ਜਾਂਦੇ ਆ, ਇੰਡੀਆ ਨੂੰ ਵੀ ਉੱਥੋਂ ਹੀ ਜਾਂਦੇ ਆ, ਬਾਕੀ ਦੁਨੀਆ ਨੂੰ ਵੀ ਉੱਥੋਂ ਹੀ ਜਾਂਦੇ ਆ। ਹੁਣ ਜਦੋਂ ਬਹੁਤ ਸਾਰੀਆਂ ਵੈਸਟਰਨ ਕੰਟਰੀਜ਼ ਨੇ ਉਹਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਤਾਂ ਉਹ ਸਿੱਧਾ ਅਸਰ ਖਾਦ ਦੇ ਉੱਤੇ ਪਿਆ, ਉਸ ਫਰਟੀਲਾਈਜ਼ਰ ਦੇ ਉੱਤੇ ਪਿਆ, ਤੇ ਫਰਟੀਲਾਈਜ਼ਰ ਜਿਹੜੇ ਆ ਉਹਦਾ ਸਿੱਧਾ ਅਸਰ ਅੱਗੇ ਮੱਕੀ ਦੇ ਉੱਤੇ, ਸੋਇਆ ਦੇ ਉੱਤੇ, ਰਾਈਸ ਦੇ ਉੱਤੇ, ਵੀਟ ਦੇ ਉੱਤੇ, ਇਹਨਾਂ ਦੇ ਯੀਲਡ ਦੇ ਉੱਤੇ ਸਿੱਧਾ ਇਹਨਾਂ ਦੇ ਝਾੜ ਦੇ ਉੱਤੇ ਸਿੱਧਾ ਅਸਰ ਪਿਆ। ਸਾਰੀਆਂ ਫਸਲਾਂ ਇਸ ਵੇਲੇ ਖਾਦਾਂ ਦੇ ਉੱਤੇ ਲੱਗ ਚੁੱਕੀਆਂ, ਖਾਦ ਤੋਂ ਬਿਨਾਂ ਦੁਨੀਆ ਦੇ ਵਿੱਚ ਫਸਲ ਨਹੀਂ ਹੋ ਸਕਦੀ। ਬਹੁਤ ਘੱਟ ਹਿੱਸਾ ਆ ਜਿੱਥੇ ਹੁਣ ਇਹਦਾ ਖਾਦਾਂ ਦੀ ਵਧੀ ਕੀਮਤ, ਇਸ ਯੁੱਧ ਤੋਂ ਪਹਿਲਾਂ ਹੀ ਇਹ ਸਾਰਾ ਕੁਝ ਡਿਸਾਈਡ ਕਰ ਚੁੱਕੇ ਸੀ, ਉਹਦੀ ਵਧੀ ਕੀਮਤ ਕਰਕੇ ਲੋਕਾਂ ਨੇ ਦੁਬਾਰਾ ਵਾਪਸ ਪਹਿਲੀ ਖੇਤੀ ਵੱਲੋਂ ਜਾਣਾ ਸ਼ੁਰੂ ਕਰ ਦਿੱਤਾ ਸੀ। ਜਿਹੜਾ ਬ੍ਰਾਜ਼ੀਲ ਆ ਉਹਦੇ ਵਿੱਚ ਇਹਦਾ ਅਸਰ ਦੇਖਿਆ ਜਾ ਸਕਦਾ, ਜਿਹੜੇ ਫਾਰਮਰਸ ਨੇ ਉੱਥੇ ਬਹੁਤ ਘੱਟ ਫਰਟੀਲਾਈਜ਼ਰ ਪਾ ਰਹੇ ਆ, ਮੱਕੀ ਉੱਥੇ ਬਹੁਤੀ ਹੁੰਦੀ ਹੈ, ਤੇ ਜਿਹੜਾ ਉੱਥੋਂ ਦਾ ਉਹਨਾਂ ਨੂੰ ਇਹ ਕਹਿ ਰਿਹਾ ਕਿ ਤੁਸੀਂ ਇਹਨੂੰ ਲੈਂਡ ਨੂੰ ਬਚਾ ਕੇ ਰੱਖੋ। ਇਹਦੇ ਲਈ ਜ਼ਿੰਬਾਬਵੇ, ਕੀਨੀਆ, ਉੱਥੇ ਜਿਹੜੇ ਛੋਟੇ ਫਾਰਮਰਸ ਹੈਗੇ ਆ ਉਹ ਦੁਬਾਰਾ ਜਿਹੜਾ ਢੇਰ ਪਾਉਣਾ ਹੁੰਦਾ ਸੀ, ਮਨਿਓਰ ਪਾਉਣਾ ਹੁੰਦਾ ਸੀ, ਜਾਂ ਕੋਈ ਫਸਲ ਬੀਜ ਕੇ ਫਿਰ ਉਹਨੂੰ ਖੇਤ ਦੇ ਵਿੱਚ ਵਾਹ ਦਿੰਦੇ ਸੀ, ਉਸ ਵਾਲੇ ਪਾਸੇ ਨੂੰ ਤੁਰ ਰਹੇ ਆ। ਕੈਨੇਡਾ ਦੇ ਵਿੱਚ ਕੈਨੋਲਾ ਫਾਰਮਰ ਨੇ ਜਿਹੜੇ, ਉਹ ਪਹਿਲਾਂ ਹੀ ਇਹਦਾ ਜਿਹੜਾ ਲੋਕਾਂ ਨੇ ਸਟਾਕ ਰੱਖਣਾ ਸ਼ੁਰੂ ਕਰ ਦਿੱਤਾ, ਕਿਉਂਕਿ ਐਂਟੀਸਪੇਸ਼ਨ ਆ ਕਿ ਇਹਦੀ ਕੀਮਤਾਂ ਵੱਧ ਜਾਣੀਆਂ ਸੀ ਪਹਿਲਾਂ ਹੀ। ਹੁਣ ਹਰ ਇੱਕ ਥਾਂ ਦੇ ਉੱਤੇ ਲਗਭਗ ਲੋਕ ਇੱਦਾਂ ਦਾ ਮੂਵ ਕਰ ਰਹੇ ਆ। ਰਾਊਟਰਸ ਇੱਕ ਨਿਊਜ਼ ਏਜੰਸੀ ਆ ਬਹੁਤ ਵੱਡੀ, ਉਹਨਾਂ ਨੇ 34 ਲੋਕਾਂ ਦੇ ਨਾਲ ਗੱਲਬਾਤ ਕੀਤੀ ਸਾਰੇ 6 ਕੰਟੀਨੈਂਟਸ ਦੇ ਵਿੱਚ, ਜਿਹਦੇ ਵਿੱਚ ਗ੍ਰੇਨ ਪ੍ਰੋਡਿਊਸਰ ਵੀ ਆ, ਐਗਰੀਕਲਚਰ ਐਨਾਲਿਸਟ ਵੀ ਆ, ਵਪਾਰੀ ਵੀ ਆ, ਫਾਰਮ ਗਰੁੱਪ ਵੀ ਆ। ਉਹਨਾਂ ਸਾਰਿਆਂ ਨੇ ਕਿਹਾ ਕਿ ਕਿਉਂਕਿ ਦੁਨੀਆ ਦੀ ਬਹੁਤੀ ਖਾਦ ਰੂਸ ਤੋਂ ਆਉਂਦੀ ਆ, ਰਸ਼ੀਆ ਤੋਂ ਆਉਂਦੀ ਆ, ਇਸ ਕਰਕੇ ਹੁਣ ਇਹਦੀ ਕਾਸਟ ਵੀ ਵਧਣੀ ਆ। ਜਦੋਂ ਖਾਦ ਦੀ ਕਾਸਟ ਵਧੂਗੀ, ਇਹ ਵੀ ਹੋ ਸਕਦਾ ਕੁਝ ਥਾਵਾਂ ਦੇ ਉੱਤੇ ਖਾਦ ਦੁਨੀਆ ਦੇ ਵਿੱਚ ਪਹੁੰਚੇ ਹੀ ਨਾ, ਤੇ ਉੱਥੇ ਫਸਲ ਦੇ ਉੱਤੇ ਸਿੱਧਾ ਅਸਰ ਪਵੇ, ਝਾੜ ਤੇ ਅਸਰ ਪਵੇ। ਜਿਹਦਾ ਦੂਜਾ ਮਤਲਬ ਆ ਕਿ ਜਿਹੜੀ ਇਹ ਫੂਡ ਗ੍ਰੇਨਸ ਆ ਇਹਦੇ ਉੱਤੇ ਅਸਰ ਪਊਗਾ, ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਆ ਉਹ ਨਹੀਂ ਮਿਲਣਗੀਆਂ। ਜੇ ਤੁਸੀਂ ਇਕੱਲੇ ਅਮਰੀਕਾ ਨੂੰ ਹੀ ਦੇਖ ਲਓ, ਇਹਦੇ ਵਿੱਚ ਜਿਹੜਾ ਫਰਟੀਲਾਈਜ਼ਰਸ ਦੀ ਕੀਮਤ ਦੇ ਵਿੱਚ 12% ਵਾਧਾ ਦੱਸਿਆ ਜਾ ਰਿਹਾ, 12% ਵਾਧਾ ਇਹਦੀ ਕੀਮਤ ਦੇ ਵਿੱਚ, 17% 21 ਦੇ ਵਿੱਚ ਵੱਧ ਗਿਆ ਸੀ। ਤੇ ਹੁਣ ਜਿਹੜੀ ਅਮਰੀਕਨ ਫਾਰਮ ਬਿਊਰੋ ਫੈਡਰੇਸ਼ਨ ਆ ਤੇ US ਡਿਪਾਰਟਮੈਂਟ ਆਫ ਐਗਰੀਕਲਚਰ ਆ, ਉਹਦਾ ਡਾਟਾ ਦੱਸ ਰਿਹਾ ਕਿ ਫਾਰਮਰਸ ਦਾ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੋ ਜਾਊਗਾ। ਜਿਹੜੇ ਕੁਝ ਗਰੋਅਰ ਆ ਉਹ ਇਹ ਕਹਿ ਰਹੇ ਆ ਕਿ ਉਹ ਇਹਨਾਂ ਕ੍ਰੌਪਸ ਨੂੰ ਕੁਝ ਨਿਊਟ੍ਰੀਐਂਟਸ ਦੇ ਉੱਤੇ ਸਵਿਚ ਕਰ ਰਹੇ ਆ, ਕਿ ਸਾਰੇ ਨਿਊਟ੍ਰੀਐਂਟਸ ਉਹਦੇ ਉੱਤੇ ਨਾ ਆਉਣ ਤੇ ਕੁਝ ਨਿਊਟ੍ਰੀਐਂਟਸ ਹੀ ਉਹਦੇ ਉੱਤੇ ਰਹਿ ਜਾਣ, ਤੇ ਉਹਨਾਂ ਦੇ ਨਾਲ ਘੱਟੋ ਘੱਟ ਜਿਹੜੇ ਕ੍ਰੌਪ ਐਕਸਪਰਟ ਆ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਦੱਸ ਰਿਹਾ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਇਹਦੀ ਪ੍ਰੋਡਕਸ਼ਨ ਵਧਾ ਸਕਦੇ ਆ। ਜਿਹੜੇ ਬਹੁਤ ਸਾਰੀਆਂ ਡਿਵੈਲਪਿੰਗ ਨੇਸ਼ਨਸ ਨੇ ਉੱਥੇ ਵੀ ਇਹ ਸਾਰਾ ਕੁਝ ਰਿਸਕ ਦੇ ਉੱਤੇ ਆ। ਜਿਹੜੇ ਫਾਈਨੈਂਸ਼ੀਅਲ ਸੋਰਸਿਸ ਨੇ ਉਹ ਇਸ ਵੇਲੇ ਉਹਨਾਂ ਦੇ ਉੱਤੇ ਵੱਡਾ ਇਹਦਾ ਅਸਰ ਪੈ ਰਿਹਾ ਆ। ਇਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਊਗਾ। ਜਿਹੜੇ ਗਲੋਬਲ ਫਰਟੀਲਾਈਜ਼ਰ ਪ੍ਰਾਈਸਿਸ ਨੇ ਉਹ ਰਸ਼ੀਆ ਤੇ ਇਹ ਰੌਲੇ ਗੋਲੇ ਤੋਂ 24 ਫਰਵਰੀ ਤੋਂ ਪਹਿਲਾਂ ਹੀ ਉੱਤੇ ਜਾ ਚੁੱਕੇ ਸੀ, ਪਹਿਲਾਂ ਹੀ ਗੱਲਬਾਤ ਹੋ ਚੁੱਕੀ ਸੀ। ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ ਆ ਤਾਂ ਉਹਦੇ ਤੋਂ ਬਾਅਦ ਇਹ ਕੀਮਤਾਂ ਹੋਰ ਉੱਤੇ ਚਲੀਆਂ ਗਈਆਂ।
ਰਸ਼ੀਆ ਤੇ ਬੈਲਾਰੂਸ ਦੋਵੇਂ 40% ਤੋਂ ਜ਼ਿਆਦਾ ਦੁਨੀਆ ਦਾ ਪੋਟਾਸ਼ ਐਕਸਪੋਰਟ ਕਰਦੇ ਆ। ਉਹਨਾਂ ਨੇ ਲਾਸਟ ਈਅਰ ਕੀਤਾ। ਸੋ 40% ਲਗਭਗ ਅੱਧ ਦੇ ਬਰਾਬਰ ਜਿੰਨਾ ਸਾਰੀ ਦੁਨੀਆ ਦੇ ਵਿੱਚ ਖਾਦ ਬਣਦਾ ਆ ਉਹਨਾਂ ਇਹਨਾਂ ਦੋਵਾਂ ਕੰਟਰੀਜ਼ ਦੇ ਵਿੱਚ ਹੁੰਦਾ ਆ। ਤੇ 22% ਜੇਕਰ ਦੇਖਿਆ ਜਾਵੇ ਇੱਥੋਂ ਅਮੋਨੀਆ ਜਾਂਦੀ ਆ, ਇੱਥੋਂ ਰਸ਼ੀਆ ਤੋਂ ਇਕੱਲੇ ਤੋਂ 14% ਯੂਰੀਆ ਜਾਂਦਾ ਹੈ ਤੇ 14% ਜਿਹੜਾ ਮੋਨੋਮੋਨੀਅਮ ਫਾਸਫੇਟ ਆ MAP ਜਿਹਨੂੰ ਕਹਿੰਦੇ ਆ ਉਸ ਕਿਸਮ ਦਾ ਫਰਟੀਲਾਈਜ਼ਰ ਵੀ ਜਾਂਦਾ। ਭਾਵ ਸਾਰੀਆਂ ਖਾਦਾਂ ਰਸ਼ੀਆ ਤੋਂ ਜਾ ਰਹੀਆਂ। ਤੇ ਹੁਣ ਜਿੱਥੇ ਬਾਕੀ ਚੀਜ਼ਾਂ ਦੇ ਉੱਤੇ ਅਸਰ ਪੈਣਾ ਉੱਥੇ ਪ੍ਰੋਡਕਸ਼ਨ ਦੇ ਉੱਤੇ ਔਰ ਇਹਦਾ ਆਉਣ ਵਾਲੇ ਸਾਲ ਦੇ ਵਿੱਚ ਮਹਿੰਗਾਈ ਦੇ ਉੱਤੇ ਅਸਰ ਪਊਗਾ। ਰਸ਼ੀਆ ਯੂਕਰੇਨ ਮੇਜਰ ਗ੍ਰੇਨ ਪ੍ਰੋਡਿਊਸਰ ਵੀ ਨੇ, ਦੋਵੇਂ ਰਲ ਕੇ 30% ਦੁਨੀਆ ਦੀ ਕਣਕ ਇਹ ਦੋਵੇਂ ਪੈਦਾ ਕਰਦੇ ਆ, 20% ਮੱਕੀ ਇਹ ਦੋਵੇਂ ਪੈਦਾ ਕਰਦੇ। 30% ਬਹੁਤ ਵੱਡਾ ਨੰਬਰ ਹੁੰਦਾ। ਰੂਸ ਤੇ ਜਿਹੜਾ ਯੂਕਰੇਨ ਆ, ਰਸ਼ੀਆ ਤੇ ਯੂਕਰੇਨ ਇਹ ਦੋਵੇਂ ਹੁਣ ਇਹ ਜਿਹੜੀ ਸ਼ਿਪਮੈਂਟ ਸਾਰੀ ਦੁਨੀਆ ਨੂੰ ਕਣਕ ਤੇ ਮੱਕੀ ਜਾਂਦੀ ਆ ਇਹ ਬਲੈਕ ਸੀ ਦੇ ਰਸਤੇ ਥਾਣੀ ਜਾਂਦੀ ਆ ਤੇ ਉਹ ਪਹਿਲਾਂ ਡਿਸਟਰਬਟ ਹੋ ਚੁੱਕਾ ਹੈ ਸਾਰੀ ਲੜਾਈ ਦੇ ਕਰਕੇ। ਡਿਲੀਵਰੀਜ਼ ਉੱਥੇ ਜਿਹੜੀਆਂ ਦੋਵਾਂ ਦੇਸ਼ਾਂ ਤੋਂ ਰੁਕੀਆਂ ਪਈਆਂ ਬਹੁਤ ਲੰਬੇ ਸਮੇਂ ਤੋਂ। ਵਰਲਡ ਬੈਂਕ ਨੇ ਪਿਛਲੇ ਹਫ਼ਤੇ ਦੇ ਵਿੱਚ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਪਲਾਈ ਸ਼ਾਰਟੇਜ ਦਾ ਡਿਵੈਲਪਿੰਗ ਕੰਟਰੀਜ਼ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਤੇ ਉਹ ਅਸਰ ਪੈਣਾ ਸ਼ੁਰੂ ਹੋ ਚੁੱਕਾ। ਹੁਣ ਫਰਟੀਲਾਈਜ਼ਰ ਕ੍ਰਾਈਸਿਸ ਜਿਹੜਾ ਆ ਉਹ ਕਈ ਕਿਸਮ ਦੇ ਨਾਲ ਚਿੰਤਾ ਕਰਨ ਵਾਲਾ ਵੀ ਆ ਕਿਉਂਕਿ ਇਹਦੇ ਨਾਲ ਫੂਡ ਪ੍ਰੋਡਕਸ਼ਨ ਨਹੀਂ ਹੋਣੀ ਤੇ ਜੇ ਫੂਡ ਨਹੀਂ ਹੋਇਆ ਤਾਂ ਇਹਦਾ ਅਸਰ ਤੁਸੀਂ ਦੇਖ ਸਕਦੇ ਹੋ। ਬ੍ਰਾਜ਼ੀਲ ਦੁਨੀਆ ਦਾ ਸਭ ਤੋਂ ਵੱਡਾ ਸੋਇਆਬੀਨ ਐਕਸਪੋਰਟਰ ਆ। ਸੋਇਆਬੀਨ ਉੱਥੇ ਸਭ ਤੋਂ ਜ਼ਿਆਦਾ ਹੁੰਦੀ ਹੈ। ਉਹ ਬਹੁਤ ਜ਼ਿਆਦਾ ਡਿਪੈਂਡ ਕਰਦਾ ਇਹਦੀ ਫਰਟੀਲਾਈਜ਼ਰ ਇੰਪੋਰਟ ਕਰਨ ਦੇ ਉੱਤੇ ਕਿ 38% ਜਿਹੜੇ ਨਿਊਟਰੀਐਂਟ ਉਹਨਾਂ ਦੇ ਹੈਗੇ ਆ ਉਹ ਇਹਦੇ ਉੱਤੇ ਫਰਟੀਲਾਈਜ਼ਰ ਦੇ ਉੱਤੇ ਡਿਪੈਂਡ ਕਰਦੇ ਆ ਤੇ ਉਹ ਇੰਪੋਰਟ ਕਰਦੇ ਆ। ਰਸ਼ੀਆ ਤੇ ਬੈਲਾਰੂਸ ਜਿਹੜਾ ਅੱਧੀ ਸ਼ਿਪਮੈਂਟ ਉਹਨਾਂ ਦੀ ਉੱਥੋਂ ਆਉਂਦੀ ਹੈ ਤੇ ਜੇ ਉੱਥੇ ਸੋਇਆਬੀਨ ਨਹੀਂ ਹੁੰਦੀ ਜਿਹੜਾ ਕਿ ਮੇਜਰ ਇੱਕ ਦੁਨੀਆ ਦਾ ਪ੍ਰੋਡਿਊਸਰ ਆ ਸੋਇਆਬੀਨ ਦਾ ਤਾਂ ਕੁਦਰਤੀ ਤੌਰ ਤੇ ਉਹਦਾ ਅਸਰ ਦੂਜੀ ਦੁਨੀਆ ਦੇ ਉੱਤੇ ਪਊਗਾ। ਬਹੁਤ ਸਾਰੇ ਲੋਕਾਂ ਨੇ ਜਿੱਦਾਂ ਪਹਿਲਾਂ ਦੱਸਿਆ ਕਿ ਘੱਟ ਫਰਟੀਲਾਈਜ਼ਰ ਜਿਹੜੇ ਉਹ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਉਹ ਵੀ ਉਹਦੇ ਨਾਲ ਇੱਕ ਤਾਂ ਕੀਮਤ ਘੱਟ ਹੋਊਗੀ ਕੁਦਰਤੀ ਤੌਰ ਤੇ ਉਹਦੇ ਨਾਲ ਪ੍ਰੋਡਕਸ਼ਨ ਦੇ ਉੱਤੇ ਵੀ ਅਸਰ ਪਊਗਾ। ਜਿਹੜੀਆਂ ਹੁਣ ਖਰੀਦਣ ਕਿੱਥੋਂ ਇਹ ਸੰਕਟ ਇਕੱਲਾ ਇੱਥੇ ਕੈਨੇਡਾ ਦਾ ਹੀ ਨਹੀਂ ਏਸ਼ੀਆ ਦਾ ਵੀ ਇਹ ਸੰਕਟ ਆ। ਇੰਡੀਆ ਬਹੁਤਾ ਫਰਟੀਲਾਈਜ਼ਰ ਆਪਣਾ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜਾ ਇੰਪੋਰਟ ਕਰਦਾ ਉਹਨਾਂ ਨੇ ਇੱਧਰਲੇ ਪਾਸੇ ਨੂੰ ਕੈਨੇਡਾ ਵੱਲ ਨੂੰ ਆਉਣਾ ਸ਼ੁਰੂ ਕਰ ਦਿੱਤਾ ਕਿ ਰਸ਼ੀਆ ਦੀ ਸਪਲਾਈ ਨੂੰ ਰਿਪਲੇਸ ਕਰਕੇ ਕੈਨੇਡਾ ਤੋਂ ਕੁਛ ਨਾ ਕੁਛ ਲੈ ਲਿਆ ਜਾਵੇ। ਥਾਈਲੈਂਡ ਆ ਜਿਹੜਾ ਇਸੇ ਤਰ੍ਹਾਂ ਦਾ ਪ੍ਰੈਸ਼ਰ ਉਹਦੇ ਉੱਤੇ ਵੀ ਆ। ਉਹਨਾਂ ਦੀ ਜਿਹੜੀ ਸਿਗਨੇਚਰ ਕ੍ਰੌਪ ਆ ਰਾਈਸ ਆ, ਚੌਲ ਉੱਥੇ ਬਹੁਤ ਹੁੰਦੇ ਆ। ਰਸ਼ੀਆ ਤੇ ਬੈਲਾਰੂਸ ਜਿਹੜਾ ਆ ਉਹ 12% ਉਹਨਾਂ ਦੇ ਫਰਟੀਲਾਈਜ਼ਰ ਇੰਪੋਰਟ ਦੇ ਉੱਤੇ ਅਸਰ ਪਾਉਂਦਾ ਤੇ ਜਿਹੜੀ ਉਹਨਾਂ ਦੀ ਮੁੱਖ ਫਸਲ ਜਿਹੜੀ ਉਹ ਖਾਂਦੇ ਆ ਜ਼ਿਆਦਾ ਚੌਲ ਆ ਤੇ ਜੇ ਉਹੀ ਨਹੀਂ ਹੋਈ ਤਾਂ ਉੱਥੇ ਵੀ ਕੁਦਰਤੀ ਤੌਰ ਤੇ ਸੰਕਟ ਵੱਡਾ ਪੈਦਾ ਹੋ ਸਕਦਾ। ਭਾਵ ਕੀ ਆ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਸ ਯੁੱਧ ਦਾ ਅਸਰ ਵੱਖ-ਵੱਖ ਤਰੀਕੇ ਨਾਲ ਪੈ ਰਿਹਾ। ਬਹੁਤੀ ਵਾਰੀ ਜਦੋਂ ਯੁੱਧ ਨਹੀਂ ਲੱਗਾ ਸੀ ਸਾਨੂੰ ਇਹਨਾਂ ਅੰਕੜਿਆਂ ਦਾ ਪਤਾ ਹੀ ਨਹੀਂ ਸੀ ਕਿ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਖਾਦ ਆ ਜਾਂ ਇਹ ਫਰਟੀਲਾਈਜ਼ਰਸ ਨੇ ਇਹਦੇ ਵਿੱਚ ਨਿਊਟਰੀਐਂਟਸ ਨੇ ਸੋਇਲ ਨਿਊਟਰੀਐਂਟਸ ਨੇ ਕਿੱਥੋਂ ਆਉਂਦੇ ਆ ਤੇ ਜੇ ਉਹਨਾਂ ਦੋਵਾਂ ਦੇਸ਼ਾਂ ਦੇ ਵਿੱਚੋਂ ਆ ਰਹੇ ਆ ਤਾਂ ਕੁਦਰਤੀ ਤੌਰ ਤੇ ਇਹਦਾ ਅਸਰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੀ ਹਰ ਵਸਤ ਦੇ ਉੱਤੇ ਪਊਗਾ ਤੇ ਮਹਿੰਗਾਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੂਗੀ। ਕੋਵਿਡ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ। ਹੁਣ ਉਸ ਕੋਵਿਡ ਨੇ ਪੂਰੀ ਦੁਨੀਆ ਦੇ ਅਸਰ ਪਾਇਆ ਤੇ ਜਿਹੜੇ ਡਾਕਟਰਸ ਨੇ ਫਿਜ਼ੀਸ਼ੀਅਨਸ ਨੇ ਉਹਨਾਂ ਦੇ ਉੱਤੇ ਵੀ ਕੋਵਿਡ ਦਾ ਬਹੁਤ ਅਸਰ ਹੋਇਆ। ਸਿੱਧੇ ਤੌਰ ਤੇ ਕਿਹਨੂੰ ਕੋਵਿਡ ਹੋਇਆ ਜਾਂ ਕਿਹਨੂੰ ਕੋਵਿਡ ਨਹੀਂ ਹੋਇਆ ਉਹ ਇੱਕ ਵੱਖਰੀ ਗੱਲ ਆ ਪਰ ਉਹ ਬਰਨ ਆਊਟ ਹੋ ਗਏ ਆ। ਇੱਕ ਸਰਵੇ ਆਇਆ ਉਹਦੇ ਵਿੱਚ ਪਤਾ ਲੱਗਿਆ ਕਿ ਉਹ ਇਸ ਪੈਂਡੈਮਿਕ ਤੋਂ ਬਾਅਦ ਬਹੁਤ ਬੁਰੀ ਹਾਲਤ ਹੋ ਚੁੱਕੀ ਹੈ। ਜਿਹੜੀ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਆ CMA ਤੇ ਨੈਸ਼ਨਲ ਫਿਜ਼ੀਸ਼ੀਅਨ ਹੈਲਥ ਸਰਵੇ ਆ ਉਹਨਾਂ ਨੇ ਕੰਡਕਟ ਕੀਤਾ ਨਵੰਬਰ 2021 ਦੇ ਵਿੱਚ ਤੇ ਉਹਨਾਂ ਨੂੰ ਜਿਹੜੇ 4000 ਤੋਂ ਜ਼ਿਆਦਾ ਰਿਸਪੌਂਸ ਉਹਨਾਂ ਨੂੰ ਆਏ ਆ ਤੇ ਉਹ ਦੱਸਦੇ ਆ ਜਿਹੜੇ 53% ਫਿਜ਼ੀਸ਼ੀਅਨ ਤੇ ਮੈਡੀਕਲ ਲਰਨਰਸ ਇੱਥੇ ਹੈਗੇ ਆ ਉਹ ਬੁਰੀ ਤਰ੍ਹਾਂ ਬਰਨ ਆਊਟ ਹੋ ਚੁੱਕੇ ਆ। ਭਾਵ ਥੱਕ ਚੁੱਕੇ ਆ ਇਸ ਵੇਲੇ ਜਿਹੜਾ ਕਿ 2017 ਦੇ ਵਿੱਚ 30% ਸੀ। ਸੋ 2017 ਦੇ ਵਿੱਚ 30% ਇਹ ਕਹਿ ਰਹੇ ਸੀ ਕਿ ਸਾਨੂੰ ਕੰਮ ਦੇ ਬੋਝ ਨੇ ਥਕਾ ਦਿੱਤਾ ਸੀ ਅੱਕ ਚੁੱਕੇ ਆ। ਇਸ ਵੇਲੇ ਇਹ 53% ਕਹਿ ਰਹੇ ਆ। ਹੁਣ 23% ਦਾ ਵਾਧਾ ਹੋ ਚੁੱਕਾ। ਬਸ 53% ਅੱਧੋਂ ਜ਼ਿਆਦਾ ਡਾਕਟਰ ਕਹਿ ਰਹੇ ਵੀ ਸਾਡੀ ਬੱਸ ਹੋ ਗਈ ਹੈ ਇਹਦੇ ਤੋਂ ਹੁਣ ਅਸੀਂ ਥੱਕ ਗਏ ਹਾਂ। ਕੰਮ ਇੰਨਾ ਜ਼ਿਆਦਾ ਕਰਨਾ ਪੈ ਰਿਹਾ ਕਿ ਸਾਡੇ ਕੋਲੋਂ ਇਹਦੇ ਨਾਲ ਕੋਪ ਅਪ ਨਹੀਂ ਹੋਇਆ ਜਾ ਰਿਹਾ। ਹੁਣ ਇੱਕ ਸਰਵੇ ਜਿਹੜਾ ਹੋਇਆ ਉਹਦੇ 'ਚ ਇਹ ਵੀ ਦੱਸਿਆ ਗਿਆ ਕਿ 46% ਜਿਹੜੇ ਡਾਕਟਰ ਆ ਉਹ ਕਹਿ ਰਹੇ ਆ ਉਹ ਇਹ ਸੋਚ ਰਹੇ ਆ ਕਿ ਅਗਲੇ 2 ਸਾਲਾਂ ਦੇ ਵਿੱਚ ਅਸੀਂ ਕੰਮ ਘਟਾ ਲੈਣਾ। ਕਲੀਨਿਕਲ ਵਰਕ ਜਿਹੜਾ ਆ ਉਹ ਅਸੀਂ ਘਟਾ ਲੈਣਾ। ਇੰਨਾ ਜ਼ਿਆਦਾ ਕੰਮ ਅਸੀਂ ਕਰ ਨਹੀਂ ਸਕਦੇ। 47% ਨੇ ਇਹ ਕਿਹਾ ਕਿ ਜਿਹੜੀ ਸੋਸ਼ਲ ਵੈਲਬੀਇੰਗ ਆ ਉਹਦੇ ਉੱਤੇ ਅਸਰ ਪੈ ਗਿਆ। ਲੋਕਾਂ ਨੂੰ ਮਿਲ ਗਿਲ ਹੀ ਨਹੀਂ ਰਹੇ। ਇਹ ਜਿਹੜੀ ਹੁਣ 47% ਕਹਿ ਰਹੇ ਕਿ ਸਾਡੀ ਸੋਸ਼ਲ ਵੈਲਬੀਇੰਗ ਦੇ ਉੱਤੇ ਅਸਰ ਪਿਆ। ਪਹਿਲਾਂ 2017 ਦੇ ਵਿੱਚ 29% ਡਾਕਟਰ ਕਹਿ ਰਹੇ ਸੀ ਕਿ ਸਾਡੀ ਸੋਸ਼ਲ ਵੈਲਬੀਇੰਗ ਖਰਾਬ ਹੋਈ ਹੈ। ਇਹ ਬਹੁਤ ਇੱਕ ਕੰਸਰਨਿੰਗ ਇਸ਼ੂ ਇਸ ਵੇਲੇ ਹੈਗਾ ਆ। ਤੇ ਦੂਜੀ ਗੱਲ ਇਸ ਵੇਲੇ ਇਹ ਵੀ ਆ
ਕਿ ਜਿਹੜੇ ਪ੍ਰਾਇਮਰੀ ਕੇਅਰ ਵੀ ਨਹੀਂ ਮਿਲ ਰਹੀ। ਕੈਨੇਡਾ ਦੇ ਵਿੱਚ ਡਾਕਟਰਾਂ ਦੀ ਬਹੁਤ ਵੱਡੀ ਘਾਟ ਆ। 50 ਲੱਖ ਬੰਦਾ ਕੈਨੇਡਾ ਦੇ ਵਿੱਚ, ਉਹਨਾਂ ਨੂੰ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਜਾਂ ਜਿਹੜਾ ਫੈਮਿਲੀ ਡਾਕਟਰ ਹੀ ਨਹੀਂ ਮਿਲ ਰਿਹਾ ਇਸ ਵੇਲੇ। 5 ਮਿਲੀਅਨ ਲੋਕ ਉਹ, ਔਰ ਜਿੱਥੇ ਜਿੱਥੇ ਪਾਪੂਲੇਸ਼ਨ ਜ਼ਿਆਦਾ ਹੈ ਉੱਥੇ ਉੱਥੇ ਵੀ ਅਸਰ ਇਸ ਵੇਲੇ ਹੋਰ ਦੇਖਣ ਨੂੰ ਮਿਲ ਰਿਹਾ। ਤੇ ਜੇ ਪਹਿਲੇ ਹੀ ਆਪਣਾ ਕੰਮ ਘਟਾ ਲੈਣਗੇ ਕੁਦਰਤੀ ਤੌਰ ਤੇ, ਜੇ ਡਾਕਟਰ ਘੱਟ ਨੇ ਤਾਂ ਉਹਨਾਂ ਨੂੰ ਕੰਮ ਜ਼ਿਆਦਾ ਕਰਨਾ ਪੈ ਰਿਹਾ, ਉਹ ਬਰਨਆਊਟ ਵੀ ਹੋਣਗੇ। ਦੂਜੀ ਗੱਲ, ਉਹ ਇਹ ਵੀ ਸੋਚਣਗੇ ਕਿ ਅਸੀਂ ਕੰਮ ਹੋਰ ਘਟਾ ਲਈਏ ਆਪਣਾ, ਤੇ ਜੇ ਜਿਹੜੇ ਮੌਜੂਦਾ ਡਾਕਟਰ ਹੈਗੇ ਆ ਉਹੀ ਆਪਣਾ ਕੰਮ ਘਟਾ ਲੈਂਦੇ ਆ ਤਾਂ ਫਿਰ ਇਹਦਾ ਉਲਟਾ ਅਸਰ ਹੋਰ ਜ਼ਿਆਦਾ ਪੈਣਾ ਸ਼ੁਰੂ ਹੋ ਜਾਊਗਾ। ਇਹ ਸਰਵੇ ਦੇ ਵਿੱਚ ਜਿਹੜੇ 60% ਫਿਜ਼ੀਸ਼ੀਅਨ ਸੀਗੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਮੈਂਟਲ ਹੈਲਥ ਖਰਾਬ ਹੋਈ ਆ, ਮਾਨਸਿਕ ਰੂਪ ਦੇ ਵਿੱਚ ਅਸੀਂ ਅਪਸੈਟ ਹੋ ਗਏ ਹਾਂ, ਪਰੇਸ਼ਾਨ ਹੋਇਆ ਇਸ ਚੀਜ਼ ਦੇ ਨਾਲ। 57% ਨੇ ਇਹ ਕਿਹਾ ਸੀ ਕਿ ਸਾਡੀ ਜਿਹੜੀ ਸਾਡੀ ਵਰਕ ਲਾਈਫ ਤੇ ਵਰਕਲੋਡ ਦੇ ਵਿੱਚ ਬੈਲੈਂਸ ਹੈ ਨਹੀਂ, ਇਸ ਕਰਕੇ ਅਸੀਂ ਇਹ ਸਾਰੇ ਕੁਝ ਦਾ ਸ਼ਿਕਾਰ ਹੋ ਰਹੇ ਹਾਂ। ਸੋ ਹੁਣ ਇਹ ਇੱਕ ਬਹੁਤ ਵੱਡਾ ਇਸ਼ੂ ਆ ਜਿਹੜਾ ਇਸ ਵੇਲੇ ਇਹਨਾਂ ਫਿਜ਼ੀਸ਼ੀਅਨਸ ਦੀ ਗੱਲਬਾਤ ਸੁਣਨੀ ਚਾਹੀਦੀ ਹੈ, ਜਾਂ ਹੋਰ ਡਾਕਟਰ ਜਿਹੜੇ ਲਿਆਉਣੇ ਚਾਹੀਦੇ ਆ, ਮੈਡੀਕਲ ਸਕੂਲ ਹੋਣੇ ਚਾਹੀਦੇ ਆ, ਕੀ ਹੋਣਾ ਚਾਹੀਦਾ। ਪਰ ਇਹ ਬਹੁਤ ਇੱਕ ਚਿੰਤਾ ਪੈਦਾ ਕਰਨ ਵਾਲਾ ਡਾਟਾ ਹੈ ਜਿਹੜਾ ਪ੍ਰੀਲਿਮਿਨਰੀ ਸਰਵੇ ਡਾਟਾ ਸਾਹਮਣੇ ਆਇਆ ਜਦੋਂ ਮੀਟਿੰਗ ਹੋਈ ਸੀ 40 ਆਰਗੇਨਾਈਜੇਸ਼ਨ ਦੀ, ਜਿਹਦੇ ਵਿੱਚ ਹੈਲਥ ਕੇਅਰ ਵਰਕਰਸ ਪੂਰੇ ਕੈਨੇਡਾ ਦੇ ਤੋਂ ਇਕੱਠੇ ਹੋਏ ਸੀ ਤੇ ਜਿਹੜੇ ਇਸ ਕ੍ਰਾਈਸਿਸ ਬਾਰੇ ਗੱਲਬਾਤ ਕਰ ਰਹੇ ਸੀ। ਇਹ ਕੈਨੇਡਾ ਦੇ ਵਿੱਚ ਇੱਕ ਚਿੰਤਾ ਵਾਲੀ ਗੱਲ ਆ। ਡਾਕਟਰ 'ਚ ਪਹਿਲਾਂ ਨਹੀਂ ਮਿਲ ਰਹੇ, ਹੁਣ ਵਾਲੇ ਡਾਕਟਰ ਪੂਰੀ ਤਰ੍ਹਾਂ ਥੱਕ ਚੁੱਕੇ ਆ, ਉਹਨਾਂ ਦਾ ਥੱਕਣਾ ਜਾਇਜ਼ ਵੀ ਆ, ਬਹੁਤ ਜ਼ਿਆਦਾ ਕੰਮ ਕਰਨਾ ਪਿਆ। ਤੇ ਜੇ ਉਹ ਹੁਣ ਇਹ ਸੋਚਣ ਲੱਗ ਪੈਣ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਕੰਮ ਘਟਾ ਲੈਣਾ ਆ, ਤਾਂ ਇਹ ਇੱਕ ਹੋਰ ਚਿੰਤਾ ਵਾਲੀ ਗੱਲ ਹੋਊਗੀ ਤੇ ਜਿਹੜਾ ਸੰਕਟ ਆ ਇਹਦੇ ਨਾਲ ਹੋਰ ਡੂੰਘਾ ਹੋਏਗਾ। ਸ਼ੁਰੂ ਦੇ ਵਿੱਚ ਤੁਹਾਡੇ ਨਾਲ ਅਸੀਂ ਇੱਕ ਖਬਰ ਦਾ ਜ਼ਿਕਰ ਕੀਤਾ ਸੀ, ਇਹ ਖਬਰ ਬੜੀ ਦਿਲਚਸਪ ਆ। ਲੋਟਰੀ ਬਹੁਤ ਸਾਰੇ ਲੋਕ ਜਿਹੜੇ ਉਹ ਪਾਉਂਦੇ ਆ ਤੇ ਉਹਦੇ ਵਿੱਚੋਂ ਕਦੇ ਕਿਸੇ ਦਾ ਨੰਬਰ ਨਿਕਲ ਆਉਂਦਾ, ਕਦੇ ਨਹੀਂ ਨਿਕਲਦਾ, ਬਹੁਤ ਘੱਟ ਸੰਭਾਵਨਾ ਹੁੰਦੀ ਆ। ਇੱਕ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋੜਾ ਰਹਿੰਦਾ ਆ, ਲੈਨਾ ਤੇ ਜੋਰੀ ਲਿਓਂਗ। ਇਹ ਦੋਵੇਂ 1980 ਤੋਂ ਲਾਟਰੀ ਪਾ ਰਹੇ ਆ ਤੇ ਇਸ ਮਹੀਨੇ ਉਹਨਾਂ ਦੀ ਲਾਟਰੀ 6 ਮਿਲੀਅਨ ਦਾ ਜੈਕਪਾਟ ਨਿਕਲ ਗਿਆ। 6 ਮਿਲੀਅਨ 60 ਲੱਖ ਡਾਲਰ ਉਹਨਾਂ ਨੂੰ ਮਿਲ ਗਿਆ। ਬਰਨਬੀ 'ਚ ਰਹਿੰਦੇ ਆ ਇਹ, BC ਦੇ ਵਿੱਚ, ਤੇ ਇਹ ਇੱਕ ਲੱਕੀ ਨੰਬਰ ਇਹਨਾਂ ਨੇ ਸਮਝਿਆ ਆ ਕਿ ਜਿਹੜਾ ਇਹਨਾਂ ਦੀ ਕੋਈ ਬਰਥ ਡੇਟ ਦੇ ਨਾਲ ਕੰਬੀਨੇਸ਼ਨ ਦੇ ਨਾਲ ਇੱਕ ਨੰਬਰ ਇਹਨਾਂ ਨੇ ਮੰਨ ਲਿਆ ਤੇ ਪਿਛਲੇ 36 ਸਾਲਾਂ ਤੋਂ ਉਹੀ ਨੰਬਰ ਦੀ ਲਾਟਰੀ ਪਾਈ ਜਾਂਦੇ ਆ। ਤੇ ਉਹ ਇਸ ਆਸ ਨਾਲ ਵੀ ਇੱਕ ਦਿਨ ਇਹ ਘੱਟੋ ਘੱਟ ਕਿਤੇ ਨਾ ਕਿਤੇ ਮੈਚ ਕਰੂਗਾ, ਤੇ ਆਖਰ ਇਸ ਮਹੀਨੇ ਦੇ ਵਿੱਚ ਉਹ ਮੈਚ ਕਰ ਗਿਆ ਤੇ 6 ਮਿਲੀਅਨ ਡਾਲਰ ਇਹਨਾਂ ਨੂੰ 16 ਮਾਰਚ ਨੂੰ ਲੋਟੋ 649 ਡਰਾ ਦੇ ਵਿੱਚ ਨਿਕਲ ਗਿਆ। ਤੇ ਉਹ ਕਹਿੰਦੇ ਸਾਨੂੰ ਯਕੀਨ ਨਹੀਂ ਆਉਂਦਾ ਵੀ ਇਹ ਸੱਚੀ ਨਿਕਲ ਗਿਆ। ਉਹਨਾਂ ਦੇ ਜਿਹੜਾ ਬੇਟਾ ਕਹਿੰਦੇ ਜਦੋਂ ਇਹ ਦੇਖਦਾ ਸੀ ਸਾਰਾ ਕੁਝ, ਉਹਨੇ ਪੁੱਛਿਆ ਵੀ ਇਸ ਨੰਬਰ ਦੀ ਵੈਨਕੂਵਰ ਦੇ ਵਿੱਚ ਆ ਲੋਟਰੀ ਨਿਕਲੀ ਆ, ਇਹ ਤੁਸੀਂ ਖਰੀਦੀ ਆ? ਤੇ ਫਿਰ ਜਦੋਂ ਕਹਿੰਦੇ ਰਿਸਪੌਂਸ ਨਹੀਂ ਮਿਲਿਆ ਉਹਨੂੰ, ਤੇ ਉਹ ਵਾਪਸ ਭੱਜ ਕੇ ਆਪਣੇ ਘਰ ਆ ਕੇ ਉਹਨੇ ਲੋਟਰੀ ਦੀ ਟਿਕਟ ਦੇਖੀ ਵੀ ਉਹੀ ਆ। ਤੇ ਉਹਦੇ ਤੋਂ ਬਾਅਦ ਹੁਣ ਮਤਲਬ ਉਹਨਾਂ ਦਾ ਜੀਵਨ ਹੀ ਬਦਲ ਗਿਆ। ਲੋਟਰੀ ਬਹੁਤ ਸਾਰੇ ਲੋਕਾਂ ਨੂੰ ਨਿਕਲਦੀ ਅਕਸਰ ਖਬਰਾਂ ਆਉਂਦੀਆਂ, ਪਰ 36 ਸਾਲ ਇੱਕੋ ਹੀ ਨੰਬਰ ਦੀ ਲੋਟਰੀ ਪਾਈ ਜਾਣੀ, ਇਹ ਸੋਚ ਕੇ ਵੀ ਇੱਕ ਦਿਨ ਨਿਕਲੂਗੀ, ਤੇ ਉਹ ਨਿਕਲ ਗਈ। ਉਹ ਉਹਨਾਂ ਦਾ ਲੱਕੀ ਨੰਬਰ ਕੋਈ ਬਰਥ ਡੇਟ ਦੇ ਨਾਲ ਸੰਬੰਧਿਤ ਦੱਸਦੇ ਆ। ਤੇ ਹੁਣ ਉਹ ਕਹਿੰਦੇ ਵੀ ਅਸੀਂ ਕੰਮ ਧੰਦਾ ਜਿਹੜਾ ਨੌਕਰੀ ਕਰਦੇ ਹਾਂ ਜਲਦੀ ਛੱਡ ਦੇਣੀ ਆ, ਜਲਦੀ ਰਿਟਾਇਰ ਹੋ ਕੇ ਅਸੀਂ ਆਪਣਾ ਜਿਹੜਾ ਇੰਜੋਏ ਕਰਨਾ ਆ, ਘੁੰਮਣਾ ਫਿਰਨਾ ਆ। ਤੇ ਇਹ ਵੀ ਇਹਦੇ ਵਿੱਚ ਦੇਖਣ ਵਾਲੀ ਗੱਲ ਆ ਕਿ ਲੋਟਰੀ ਦੇ ਵਿੱਚ ਬਹੁਤ ਘੱਟ ਚਾਂਸ ਹੁੰਦੇ ਆ ਕਿ ਜਿਹੜਾ ਤੁਹਾਡਾ ਜਿੱਤਣ ਦੇ। 13 ਤੋਂ 14 ਮਿਲੀਅਨ ਲੋਕ ਜਦੋਂ ਲਾਟਰੀ ਪਾਉਂਦੇ ਆ ਤਾਂ ਉਹਦੇ ਵਿੱਚੋਂ ਇੱਕ ਦਾ ਇਹ ਜੈਕਪਾਟ ਨਿਕਲਣਾ ਹੁੰਦਾ। ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਲੋਟਰੀ ਵਾਲਿਆਂ ਨੂੰ ਕੀ ਬਚਦਾ ਤੇ ਉਹ ਦਿੰਦੇ ਕੀ ਆ। 14 ਮਿਲੀਅਨ ਮਤਲਬ ਇਹ ਇੰਨੇ ਲੋਕ ਦੇ ਵਿੱਚੋਂ ਇੱਕ ਬੰਦੇ ਦੀ ਲੋਟਰੀ ਨਿਕਲਦੀ ਹੈ। ਪਰ ਇਹ ਖਬਰ ਇਸ ਕਰਕੇ ਦਿਲਚਸਪ ਸੀ ਕਿ ਉਹ 36 ਸਾਲਾਂ ਤੋਂ ਇੱਕੋ ਹੀ ਨੰਬਰ ਦੀ ਲੋਟਰੀ ਪਾ ਰਿਹਾ ਤੇ ਆਖਰ ਉਹਨਾਂ ਨੂੰ 16 ਮਾਰਚ ਨੂੰ 6 ਮਿਲੀਅਨ ਦੀ ਲੋਟਰੀ ਨਿਕਲ ਗਈ। ਬਾਰ-ਬਾਰ ਕੋਵਿਡ ਦਾ ਜ਼ਿਕਰ ਆ ਰਿਹਾ ਤੇ ਵੈਕਸੀਨੇਸ਼ਨ ਦਾ ਜ਼ਿਕਰ ਆ ਰਿਹਾ, ਤੇ ਵੈਕਸੀਨੇਸ਼ਨ ਉੱਪਰੋਂ ਸ਼ੁਰੂ ਹੋਈ ਸੀ, ਵੱਧ ਏਜ ਵਾਲੇ ਲੋਕਾਂ ਨੂੰ ਵੈਕਸੀਨੇਸ਼ਨ ਲੱਗਣੀ ਸ਼ੁਰੂ ਹੋਈ ਸੀ ਤੇ ਹੌਲੀ-ਹੌਲੀ ਫਿਰ ਉਹਦੇ 5-5 10-10 ਸਾਲ ਕਰਕੇ ਘਟਦੇ ਗਏ, ਸਾਰਿਆਂ ਦੀ ਵਾਰੀ ਆਉਂਦੀ ਗਈ ਤੇ ਹੁਣ ਵਾਰੀ ਬੱਚਿਆਂ ਦੀ ਹੈ। ਬੱਚਿਆਂ ਦੀ ਵੈਕਸੀਨ ਲੱਗ ਰਹੀ ਆ ਤੇ ਮੋਡਰਨਾ ਜਿਹੜੀ ਇੱਕ ਬਹੁਤ ਲੀਡਿੰਗ ਵੈਕਸੀਨ ਜਿਹੜੀ ਫਾਰਮਾ ਕੰਪਨੀ ਆ ਉਹਨੇ ਵੈਕਸੀਨ ਬਣਾਈ ਆ ਤੇ ਉਹ ਕਹਿੰਦੇ ਵੀ ਸਾਡੇ ਜਿਹੜੇ ਟੋਡਲਰ ਬੇਬੀਜ਼ ਜਾਂ ਪ੍ਰੀ ਸਕੂਲਰਸ ਹੈਗੇ ਆ ਉਹਨਾਂ ਦੇ ਉੱਤੇ ਇਹਦਾ ਅਸਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਕਿ ਜੇ ਸਮਾਲ ਡੋਜ਼ ਇਹਨਾਂ ਨੂੰ ਦਿੱਤੀ ਜਾਵੇ ਇਸ ਵੈਕਸੀਨ ਦੀ ਤਾਂ ਇਹਦਾ ਅਸਰ ਬਹੁਤ ਜ਼ਿਆਦਾ ਆ। ਤੇ ਹੁਣ ਉਹਦੀ ਅਪਰੂਵਲ ਦੇ ਲਈ ਗੱਲਬਾਤ ਚੱਲ ਰਹੀ ਆ। ਜਿਹੜੀ ਫਾਰਮਾਸਿਊਟੀਕਲ ਕੰਪਨੀ ਆ, ਵੈਕਸੀਨ ਐਕਸਪਰਟ ਦੱਸ ਰਹੇ ਆ ਇਹਦੇ ਵਿੱਚ ਕਿ ਜਿਹੜੇ ਅਰਲੀ ਟਰਾਇਲ ਦੇ ਰਿਜ਼ਲਟ ਇਹਦੇ ਵਿੱਚ ਆਏ ਆ ਉਹ ਦੱਸਦੇ ਆ ਕਿ ਕਾਫੀ ਚੰਗਾ ਇਹਦਾ ਅਸਰ ਦੇਖਣ ਨੂੰ ਮਿਲੂਗਾ। ਪ੍ਰੋਟੈਕਸ਼ਨ ਜਿਹੜੀ ਬੱਚਿਆਂ ਦੇ ਵਿੱਚ ਇਹਦੇ ਨਾਲ ਕਾਫੀ ਜ਼ਿਆਦਾ ਡਿਵੈਲਪ ਹੋ ਰਹੀ ਆ। ਪਹਿਲੇ ਰਿਜ਼ਲਟ ਦੇ ਵਿੱਚ ਮੋਡਰਨਾ ਦੀ ਸਟੱਡੀ ਦੇ ਵਿੱਚ ਆਇਆ ਸੀ ਕਿ ਜਿਹੜੇ 6 ਸਾਲ ਤੋਂ ਘੱਟ ਹੈਗੇ ਆ
ਉਹਨਾਂ ਦੇ ਵਿੱਚ ਕਾਫੀ ਹਾਈ ਲੈਵਲ ਦੀ ਫਾਈਟਿੰਗ ਐਂਟੀਬਾਡੀਜ਼ ਪੈਦਾ ਹੋ ਜਾਂਦੀ ਆ। ਤੇ ਇਸੇ ਤਰ੍ਹਾਂ ਹੀ ਜਿਹੜੇ ਦੂਜੇ ਉਹਦੇ ਤੋਂ ਘੱਟ ਉਮਰ ਵਾਲੇ ਬੱਚੇ ਆ ਉਹਨਾਂ ਦੇ ਵਿੱਚ ਵੀ ਇਹ ਠੀਕ ਪਾਈ ਗਈ ਆ। ਤੇ ਜਿਹੜੇ 5 ਸਾਲ ਤੋਂ ਘੱਟ ਵਾਲੇ ਹੈਗੇ ਆ ਉਹਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਹ ਟਰਾਇਲ ਹੋਏ ਆ। ਮੋਡਰਨਾ ਕੰਪਨੀ ਦੀ ਬੱਚਿਆਂ ਦੇ ਵਿੱਚ ਵੈਕਸੀਨ ਨੂੰ ਵੱਡੀ ਸਫਲਤਾ ਦੱਸਿਆ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਛੋਟੇ ਬੱਚੇ ਆ ਇਹਨਾਂ ਦੇ ਵਿੱਚ ਵੀ ਇਹ ਵੈਕਸੀਨ ਸਫਲਤਾਪੂਰਵਕ ਲਾਈ ਜਾਊਗੀ। ਪਹਿਲਾਂ ਵੀ ਇਹ ਗੱਲਬਾਤ ਪਤਾ ਸੀ ਸਾਰਿਆਂ ਨੂੰ ਕਿ ਇਹ ਵੈਕਸੀਨ ਜਿਹੜੀ ਹੌਲੀ ਹੌਲੀ ਥੱਲੇ ਤੱਕ ਬੱਚਿਆਂ ਤੱਕ ਪਹੁੰਚਣੀ ਆ ਤੇ ਹੁਣ ਮੋਡਰਨਾ ਦੀ ਇਹਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਦੱਸੀ ਜਾ ਰਹੀ ਹੈ। ਰੂਸ ਯੂਕਰੇਨ ਲੜਾਈ ਦਾ 28ਵਾਂ ਦਿਨ ਹੋ ਗਿਆ ਤੇ 28ਵੇਂ ਦਿਨ ਦੇ ਵਿੱਚ ਅਪਡੇਟ ਕੀ ਆ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੀਨੀਅਰ ਐਡਵਾਈਜ਼ਰ ਐਨਤੋਲੀ ਚੁਬਾਈਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਲੂਮਬਰਗ ਦੀ ਇੱਕ ਰਿਪੋਰਟ ਆਈ ਹੈ, ਉਹਦੇ ਵਿੱਚ ਦੱਸਿਆ ਗਿਆ ਕਿ ਐਨਤੋਲੀ ਨੇ ਯੂਕਰੇਨ ਦੇ ਉੱਤੇ ਹਮਲੇ ਦਾ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਪੁਤਿਨ ਨੇ ਉਹਨੂੰ ਜਿਹੜਾ ਕਲਾਈਮੇਟ ਜਿਹੜੀ ਉਹਦੀ ਇੱਕ ਅਨਵਾਏ ਦੀ ਪੋਸਟ ਦੇ ਉੱਤੇ ਟਰਾਂਸਫਰ ਕਰ ਦਿੱਤਾ ਸੀ। 1990 ਤੋਂ ਲੈ ਕੇ ਇਹ ਵਿਅਕਤੀ ਬੋਰਿਸ ਯੇਲਸਿਨ ਸਰਕਾਰ ਦੇ ਵਿੱਚ ਡਿਪਟੀ ਪ੍ਰਾਈਮ ਮਿਨਿਸਟਰ ਵੀ ਰਹਿ ਚੁੱਕਿਆ, ਬਹੁਤ ਲੰਬੇ ਸਮੇਂ ਤੋਂ ਕੰਮ ਕਰਦਾ ਸੀ। ਉਹਦਾ ਰਿਜ਼ਾਈਨ ਦੇਣਾ ਵੀ ਇੱਕ ਰਸ਼ੀਆ ਦੇ ਵਿੱਚ ਜਿਹੜਾ ਅੰਦਰੂਨੀ ਵਿਰੋਧ ਆ ਉਹਦੇ ਬਾਰੇ ਦੱਸ ਰਿਹਾ। ਦੂਜੇ ਪਾਸੇ ਪੋਲੈਂਡ ਦੀ ਜਿਹੜੀ ਹੋਮ ਮਿਨਿਸਟਰੀ ਆ ਉਹਨਾਂ ਨੇ ਐਲਾਨ ਕੀਤਾ ਕਿ ਉਹਨਾਂ ਨੇ ਰੂਸ ਦੇ 45 ਡਿਪਲੋਮੈਟਸ ਨੂੰ ਦੇਸ਼ ਛੱਡਣ ਦੇ ਲਈ ਕਹਿ ਦਿੱਤਾ, ਇਸ ਆਰੋਪ ਦੇ ਲਈ ਕਿ ਜਿਹੜੀ ਰੂਸੀ ਇੰਟੈਲੀਜੈਂਸ ਸਰਵਿਸ ਦੇ ਲਈ ਉਹ ਕੰਮ ਕਰ ਰਹੇ ਆ। ਇਸ ਦੋਸ਼ ਦੇ ਤਹਿਤ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਇੱਥੋਂ ਚਲੇ ਜਾਓ। ਰੂਸ ਤੇ ਅਮਰੀਕਾ, ਜਿੱਦਾਂ ਆਪਾਂ ਕੱਲ੍ਹ ਜ਼ਿਕਰ ਕੀਤਾ ਸੀ, ਇੱਕ ਦੂਜੇ ਨਾਲ ਸਿੱਧੇ ਹੋ ਚੁੱਕਿਆ। ਜ਼ੁਬਾਨੀ ਜੰਗ ਇਹਨਾਂ ਦੇ ਵਿੱਚ ਉਸੇ ਤਰ੍ਹਾਂ ਚੱਲ ਰਹੀ ਹੈ, ਪਲਟਵਾਰ ਚੱਲ ਰਿਹਾ। ਅਮਰੀਕਾ ਦਾ ਕਹਿਣਾ ਕਿ ਰੂਸ ਨੇ ਜਿਸ ਮਕਸਦ ਨਾਲ ਯੂਕਰੇਨ ਦੇ ਵਿੱਚ ਜੰਗ ਦੀ ਸ਼ੁਰੂਆਤ ਕੀਤੀ ਸੀ ਉਹ ਫੇਲ ਹੋ ਗਿਆ ਉਹਦੇ ਵਿੱਚ। ਤੇ ਹਾਲਾਂਕਿ ਉਹ ਕਹਿੰਦੇ ਇਹਦੇ ਬਾਵਜੂਦ ਵੀ ਯੁੱਧ ਇੰਨਾ ਸੌਖਾ ਖਤਮ ਨਹੀਂ ਹੋ ਰਿਹਾ। ਅਮਰੀਕਾ ਦੇ ਇਹਨਾਂ ਦਾਅਵਿਆਂ ਨੂੰ ਲੈ ਕੇ ਰੂਸ ਕਹਿ ਰਿਹਾ ਕਿ ਨਹੀਂ, ਇੱਦਾਂ ਦੀ ਗੱਲ ਹੀ ਨਹੀਂ, ਅਸੀਂ ਆਪਣੇ ਪਲਾਨ ਦੇ ਮੁਤਾਬਕ ਚੱਲ ਰਹੇ ਹਾਂ ਤੇ ਅਸੀਂ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਵੀ ਕਰ ਸਕਦੇ ਹਾਂ ਜੇ ਸਾਡੇ ਅਸਤਿਤਵ ਨੂੰ, ਸਾਡੀ ਹੋਂਦ ਨੂੰ, ਸਾਡੀ ਐਗਜ਼ਿਸਟੈਂਸ ਨੂੰ ਖਤਰਾ ਹੋਇਆ। ਇਸੇ ਤਰ੍ਹਾਂ ਜਿਹੜੇ ਵੱਖ-ਵੱਖ ਲੀਡਰ ਨੇ ਦੁਨੀਆ ਦੇ, ਉਹ ਆਪਸ ਦੇ ਵਿੱਚ ਮਿਲ ਰਹੇ ਆ, ਆਪਸ ਦੇ ਵਿੱਚ ਗੱਲਬਾਤ ਕਰ ਰਹੇ ਆ। ਯੂਕਰੇਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੰਗ ਦੇ ਵਿੱਚ ਹੁਣ ਤੱਕ 121 ਬੱਚੇ ਮਾਰੇ ਜਾ ਚੁੱਕੇ ਆ ਤੇ 167 ਜ਼ਖਮੀ ਹੋ ਚੁੱਕੇ ਆ। ਰਾਊਟਰ ਨਿਊਜ਼ ਏਜੰਸੀ ਦੇ ਅਨੁਸਾਰ ਅਮਰੀਕਾ ਤੇ ਉਹਦੇ ਸਹਿਯੋਗੀ ਦੇਸ਼ ਰੂਸ ਨੂੰ G20 ਤੋਂ ਬਾਹਰ ਕਰਨਾ ਚਾਹੁੰਦੇ ਆ। ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਰੂਸੀ ਜਿਹੜਾ ਉਹ ਹਮਲੇ ਦੇ ਖਿਲਾਫ ਸੰਘਰਸ਼ ਨੂੰ ਲੈ ਕੇ ਸਵੀਡਨ ਦੀ ਸੰਸਦ ਨੂੰ ਵੀ ਸੰਬੋਧਨ ਕਰਨਾ ਹੈ। ਉਹ ਵੱਖ-ਵੱਖ ਦੇਸ਼ਾਂ ਦੀਆਂ ਸੰਸਥਾ ਨੂੰ ਸੰਬੋਧਨ ਕਰ ਰਹੇ ਆ। ਤੇ ਇਸੇ ਤਰ੍ਹਾਂ ਇੱਕ ਹੋਰ ਪੱਤਰਕਾਰ ਦੇ ਗਾਇਬ ਹੋਣ ਦੀ ਖਬਰ ਆ। ਫੋਟੋ ਪੱਤਰਕਾਰ ਮੈਕਸਿਸ ਲੇਵਨ ਕੀਵ ਦੇ ਵਿੱਚ ਰਿਪੋਰਟਿੰਗ ਕਰਦਾ ਸੀ, ਉਹਦਾ ਹਜੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ। ਵਾਲ ਸਟਰੀਟ ਜਰਨਲ ਦੇ ਮੁਤਾਬਕ ਅਮਰੀਕਾ ਯੂਕਰੇਨ ਨੂੰ ਕੁਝ ਜਿਹੜੇ ਸੋਵੀਅਤ ਦੁਆਰਾ ਬਣਾਏ ਗਏ ਏਅਰ ਡਿਫੈਂਸ ਵੈਪਨ ਪਹੁੰਚਾ ਰਿਹਾ ਹੈ। ਅਮਰੀਕਾ ਯੂਕਰੇਨ ਦੀ ਮਦਦ ਦੇ ਉੱਤੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਕਰ ਰਿਹਾ ਹੈ। ਤੇ ਹੁਣ ਵੀਡੀਓ ਕਾਨਫਰੰਸਿੰਗ ਰਾਹੀਂ ਜ਼ੈਲੈਂਸਕੀ ਵੱਖ-ਵੱਖ ਦੇਸ਼ਾਂ ਦੇ ਆ ਜਿਹੜੇ ਜਾਪਾਨ ਤੇ ਉਹਨਾਂ ਨੂੰ ਵੀ ਉਹਨਾਂ ਨੇ ਸੰਬੋਧਨ ਕੀਤਾ ਆ ਤੇ ਉਹਨਾਂ ਤੋਂ ਵੀ ਮੰਗ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਰੂਸ ਨੂੰ ਇਸ ਕਾਰਵਾਈ ਤੋਂ ਰੋਕਿਆ ਜਾ ਸਕੇ। ਮਹਿੰਗਾਈ ਨੇ ਕੈਨੇਡਾ ਦੇ ਵਿੱਚ ਬਹੁਤ ਵੱਡੀ ਮਾਰ ਪਾਈ ਆ। ਇਹ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਤੇ ਕੈਨੇਡਾ ਦੇ ਲੋਕਾਂ ਦੀ ਚਿੰਤਾ ਵੀ ਵੱਧ ਰਹੀ ਹੈ। ਕੈਨੇਡੀਅਨਸ ਦੇ ਵਿੱਚ ਇੱਕ ਸਰਵੇ ਕੀਤਾ ਗਿਆ ਤੇ ਉਹ ਸਰਵੇ ਇਹ ਦੱਸ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਖਾਣ ਵਾਲੇ ਟੇਬਲ ਦੇ ਉੱਤੇ ਭੋਜਨ ਲਿਆਉਣ ਦੀ, ਫੂਡ ਲਿਆਉਣ ਦੀ ਚਿੰਤਾ ਪੈ ਗਈ ਆ ਕਿ ਅਸੀਂ ਰੋਟੀ ਕਿੱਥੋਂ ਖਾਣੀ ਆ, ਭਾਵ ਉਹਨਾਂ ਨੇ ਜੋ ਵੀ ਖਾਣਾ ਉਹ ਕਿੱਦਾਂ ਖਾਣਾ ਆ ਤੇ ਸਰਵਾਈਵ ਕਿੱਦਾਂ ਕਰਨਾ ਹੈ। ਇਪਸਸ ਇੱਕ ਪੋਲ ਏਜੰਸੀ ਆ ਜਿਹੜੀ ਦੁਨੀਆ ਦੇ ਵਿੱਚ ਬਹੁਤ ਪ੍ਰਸਿੱਧ ਆ ਇੱਦਾਂ ਦੇ ਸਰਵੇ ਕਰਨ ਦੇ ਲਈ। ਉਹਦਾ ਇੱਕ ਸਰਵੇ ਸਾਹਮਣੇ ਆਇਆ, ਉਹਨੇ ਇੱਕ ਸਰਵੇ ਕੰਡਕਟ ਕੀਤਾ 11 ਮਾਰਚ ਤੋਂ ਲੈ ਕੇ 16 ਮਾਰਚ ਦੇ ਵਿੱਚ। ਇਹ ਦੱਸਿਆ ਕਿ 10 ਲੋਕਾਂ ਦੇ ਵਿੱਚੋਂ 6 ਜਣੇ ਕੈਨੇਡਾ 'ਤੇ ਰਹਿਣ ਵਾਲੇ ਦੱਸ ਰਹੇ ਆ ਕਿ ਸਾਨੂੰ ਉਹਨਾਂ ਦਾ ਕੰਸਰਨ ਆ, ਇਹ ਉਹਨਾਂ ਦੀ ਇਹ ਚਿੰਤਾ ਆ 10 ਦੇ ਵਿੱਚੋਂ 6 ਦੀ ਕਿ ਸਾਡੇ ਕੋਲ ਖਾਣਾ ਖਾਣ ਦੇ ਲਈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਨਫ ਮਨੀ ਨਾ ਹੋਵੇ, ਸਾਡੇ ਕੋਲ ਇੰਨਾ ਪੈਸਾ ਨਾ ਹੋਵੇ ਕਿ ਅਸੀਂ ਖਾਣਾ ਵੀ ਚੰਗੀ ਤਰ੍ਹਾਂ ਖਾ ਸਕੀਏ। ਇਹ ਜਿਹੜਾ ਪੋਲ ਕੰਡਕਟ ਨਵੰਬਰ ਦੇ ਵਿੱਚ ਕੀਤੀ ਗਈ ਸੀ ਉਹ ਤੋਂ 16% ਉੱਤੇ ਦੱਸੀ ਜਾ ਰਹੀ ਆ। ਉਸ ਵੇਲੇ ਐਨੂਅਲ ਇਨਫਲੇਸ਼ਨ ਰੇਟ ਜਿਹੜੀ ਮਹਿੰਗਾਈ ਦੀ ਦਰ ਸੀ ਉਹ 4.7% ਸੀਗੀ। ਹੁਣ ਇਸ ਵੇਲੇ ਇਹਦਾ ਅੰਦਾਜ਼ਾ ਲਾ ਕੇ ਦੇਖਿਆ ਜਾ ਸਕਦਾ ਕਿ ਜੇ 10 ਦੇ ਵਿੱਚੋਂ 6 ਕੈਨੇਡਾ ਵਾਲੇ ਕਹਿ ਰਹੇ ਕਿ ਸਾਨੂੰ ਸੱਚਮੁੱਚ ਖਾਣੇ ਦੀ ਚਿੰਤਾ ਹੋ ਰਹੀ ਹੈ। ਬਹੁਤ ਸਾਰੇ ਇਕੋਨੋਮਿਸਟ ਇਹਨੂੰ ਯੂਕਰੇਨ ਤੇ ਰੂਸ ਦੇ ਨਾਲ ਲੜਾਈ ਦਾ ਦੱਸ ਰਹੇ ਆ ਕਿ ਇਹਦਾ ਅਸਰ ਤੁਹਾਡੀ ਗੈਸ ਦੇ ਉੱਤੇ ਵੀ ਪਿਆ, ਇਹਦਾ ਗਰੋਸਰੀ ਦੇ ਉੱਤੇ ਵੀ ਪਿਆ ਤੇ ਹਜੇ ਇਹ ਪੀਕ ਦੇ ਉੱਤੇ ਨਹੀਂ ਪਹੁੰਚੀ, ਭਾਵ ਜਿੱਥੇ ਤੱਕ ਇਹ ਮਹਿੰਗਾਈ ਜਾਣੀ ਆ ਉੱਥੇ ਤੱਕ ਅਜੇ ਗਈ ਨਹੀਂ ਤੇ ਅਜੇ ਹੋਰ ਜਾਣੀ ਆ।
ਇਹ ਵੀ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਪੋਲਿੰਗ ਆ ਇੱਕ ਬਹੁਤ ਵੱਡੀ ਡਰਾਮੈਟਿਕ ਟਰਾਂਸਫੋਰਮੇਸ਼ਨ ਆ ਲੋਕਾਂ ਦੇ ਮਨਾਂ ਦੇ ਵਿੱਚ, ਲੋਕਾਂ ਦੇ ਜਿਹੜੇ ਇਸ਼ੂਜ਼ ਨੇ ਉਹਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆ ਕਿ ਲੋਕਾਂ ਦੀ ਚਿੰਤਾ ਕਿਹੜੀ ਆ। ਲੋਕਾਂ ਦੀਆਂ ਸਾਰੀਆਂ ਚਿੰਤਾਵਾਂ ਪਿੱਛੇ ਹਟ ਗਈਆਂ। ਕਿਤੇ ਲੋਕਾਂ ਦੀ ਚਿੰਤਾ ਕੋਵਿਡ-19 ਸੀ, ਇਸ ਵੇਲੇ ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਦੀ ਇੱਕੋ ਇੱਕ ਵੱਡੀ ਚਿੰਤਾ ਆ ਕਿ ਉਹਨਾਂ ਨੇ ਆਪਣੇ ਫੂਡ ਟੇਬਲ ਦੇ ਉੱਤੇ ਫੂਡ ਕਿੱਦਾਂ ਲੈ ਕੇ ਆਉਣਾ। ਇਹ ਵੀ ਸਾਨੂੰ ਪਤਾ ਹੈ ਕਿ ਕੈਨੇਡਾ ਦੁਨੀਆ ਦਾ ਵਿਕਸਿਤ ਦੇਸ਼ ਆ, ਬਿਹਤਰੀਨ ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਆ। ਜੇ ਉਸ ਦੇਸ਼ ਦੇ ਵਿੱਚ ਲੋਕਾਂ ਦੀ ਇਹ ਚਿੰਤਾ ਹੋ ਸਕਦੀ ਆ ਤਾਂ ਬਾਕੀ ਥਾਵਾਂ ਦੇ ਉੱਤੇ ਇਹਦਾ ਕਿੰਨਾ ਅਸਰ ਪੈ ਸਕਦਾ। ਬਹੁਤ ਵੱਡੇ ਕੰਸਰਨ ਪਹਿਲਾਂ ਸੀਗੇ ਲੋਕਾਂ ਦੇ, ਕਲਾਈਮੇਟ ਚੇਂਜ ਲੋਕਾਂ ਦਾ ਇੱਕ ਕੰਸਰਨ ਸੀ ਥੋੜ੍ਹਾ ਚਿਰ ਪਹਿਲਾਂ ਜਦੋਂ ਪੋਲ ਸਾਹਮਣੇ ਆਈਆਂ ਸੀ। ਹੈਲਥ ਕੇਅਰ ਲੋਕਾਂ ਦਾ ਇੱਕ ਕੰਸਰਨ ਸੀਗਾ, ਉਹ ਕਹਿੰਦੇ ਸਾਰਾ ਕੁਝ ਥੱਲੇ ਆ ਗਿਆ ਇਸ ਵੇਲੇ, ਤੇ ਜਿਹੜੀ ਰੋਟੀ ਦੀ ਚਿੰਤਾ ਆ ਉਹ ਉੱਪਰੋਂ ਚਲੇ ਗਈ ਆ। ਬਹੁਤ ਇੱਕ ਇਕਨੋਮਿਕ ਇਸ਼ੂ ਇਸ ਵੇਲੇ ਲੋਕਾਂ ਦੇ ਸਾਹਮਣੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮੇਨ ਕੰਸਰਨ ਹੈ ਇਸ ਵੇਲੇ ਬਹੁਤੇ ਲੋਕਾਂ ਦਾ ਇਹੀ ਆ ਕਿ ਉਹਨਾਂ ਨੇ ਗਰੋਸਰੀ ਖਰੀਦ ਕੇ ਆਪਣੇ ਘਰ ਦੇ ਵਿੱਚ ਕਿੱਦਾਂ ਲਿਆਉਣੀ ਆ। 68% ਕੈਨੇਡੀਅਨ ਜਿਹੜੇ ਆ ਉਹ ਇਸ ਗੱਲ ਨੂੰ ਇੰਡੀਕੇਟ ਕਰ ਰਹੇ ਆ ਕਿ ਅਸੀਂ ਇਹਦੇ ਬਾਰੇ ਕੰਸਰਨਡ ਆ, ਅਸੀਂ ਚਿੰਤਤ ਆ। 60% ਤੋਂ ਜ਼ਿਆਦਾ ਜਿਹੜੇ ਸਰਵੇਡ ਨੇ ਉਹ 18 ਸਾਲ ਤੋਂ ਲੈ ਕੇ 54 ਸਾਲ ਦੀ ਉਮਰ ਦੇ ਵਿੱਚ ਸੀਗੇ, ਉਹ ਆਪਣੀ ਫੈਮਲੀਜ਼ ਨੂੰ ਫੀਡ ਕਰਨ ਦੇ ਲਈ ਜ਼ਿਆਦਾ ਚਿੰਤਤ ਨੇ। ਇਹ ਨੰਬਰ ਜਿਹੜਾ ਘਟਦਾ ਜਾਂਦਾ ਜਿੱਦਾਂ ਜਿੱਦਾਂ ਉਮਰ ਵੱਡੀ ਦੇ ਵਿੱਚ ਸਰਵੇ ਕੀਤਾ ਜਾਂਦਾ। ਸੋ ਲੋਕ ਸੱਚਮੁੱਚ ਇਸ ਮਾਮਲੇ ਦੇ ਵਿੱਚ ਖਿੱਚੇ ਗਏ ਆ, ਚਿੰਤਤ ਨੇ। ਇੱਥੇ ਇਹ ਵੀ ਗੱਲ ਦੱਸ ਦੇਣੀ ਚਾਹੁੰਦੇ ਆ ਕਿ ਕਈ ਵਾਰੀ ਅਸੀਂ ਜਿਹੜੇ ਪੰਜਾਬੀ ਜਾਂ ਦੂਜੀ ਕਮਿਊਨਿਟੀ ਨੂੰ ਦੇਖ ਕੇ ਸੋਚ ਲੈਂਦੇ ਵੀ ਇੱਥੇ ਫੂਡ ਦੀ ਚਿੰਤਾ ਕਿੱਦਾਂ ਹੋ ਸਕਦੀ ਆ, ਪਰ ਇਹ ਓਵਰਆਲ ਕੈਨੇਡਾ ਦਾ ਸਰਵੇ ਆ। ਕੈਨੇਡਾ ਦੇ ਵਿੱਚ ਰਹਿਣ ਵਾਲੇ ਬਹੁਤੇ ਲੋਕ ਚੈੱਕ ਟੂ ਚੈੱਕ ਜਿਹੜਾ ਉਹਨਾਂ ਦਾ ਪੇ ਚੈੱਕ ਟੂ ਪੇ ਚੈੱਕ ਖਾਣਾ ਚੱਲਦਾ ਹੈ। ਜੇ ਮਹੀਨੇ ਦੇ ਵਿੱਚ $200-400 ਵਾਧੂ ਖਰਚਣਾ ਪੈ ਜਾਵੇ ਉਹਨਾਂ ਦੇ ਲਈ ਇਹ ਸੰਭਵ ਨਹੀਂ ਹੁੰਦਾ। ਸੋ ਸਾਰੇ ਇਹ ਮੈਜੋਰਿਟੀ ਕੈਨੇਡੀਅਨਸ ਦੇ ਵਿੱਚ ਫਰਸਟ੍ਰੇਸ਼ਨ ਹੈ ਇਸ ਵੇਲੇ, ਚਿੰਤਾ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਬਾਕੀ ਸਾਰਾ ਕੁਝ ਥੱਲੇ ਚਲੇ ਜਾਵੇ। ਜਿਹੜੇ ਉਹਨਾਂ ਦੇ ਕੰਸਰਨ ਨੇ ਉਹ ਥੱਲੇ ਚਲੇ ਗਏ ਆ। ਇਨਫਲੇਸ਼ਨ, ਮਹਿੰਗਾਈ ਇੰਨੀ ਵੱਧ ਰਹੀ ਹੈ, ਇਸੇ ਕਰਕੇ ਬੈਂਕ ਆਫ ਕੈਨੇਡਾ ਨੇ ਪਿਛਲੇ ਦਿਨਾਂ ਦੇ ਵਿੱਚ ਇੰਟਰਸਟ ਰੇਟ ਚੱਕਿਆ ਸੀ ਕਿ ਵਿਆਜ ਦਰਾਂ ਵਧਾ ਦਿਓ, ਇਹਦੇ ਨਾਲ ਮਹਿੰਗਾਈ ਆਪਣੇ ਆਪ ਥੱਲੇ ਆ ਜਾਊਗੀ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇੰਟਰਸਟ ਰੇਟ ਵਧਣੇ ਆ, ਅਤੇ ਜੇ ਇੰਟਰਸਟ ਰੇਟ ਵਧਦੇ ਆ ਤਾਂ ਕੁਦਰਤੀ ਤੌਰ 'ਤੇ ਜਿਹੜੀਆਂ ਮੌਰਗੇਜਸ ਨੇ ਉਹਨਾਂ ਦੇ ਉੱਤੇ ਵੀ ਅਸਰ ਪਊਗਾ। ਇਸ ਵੇਲੇ ਲੋਕ ਚਿੰਤਾ ਦੇ ਵਿੱਚ ਨੇ ਅਤੇ ਇੱਕ ਵੱਡਾ ਕੰਸਰਨ ਲੋਕਾਂ ਦਾ ਇੱਥੇ ਤੱਕ ਪਹੁੰਚ ਗਿਆ ਕਿ ਬਾਕੀ ਉਹਨਾਂ ਦੇ ਇਸ਼ੂਜ਼ ਪਿੱਛੇ ਰਹਿ ਗਏ ਆ ਅਤੇ ਕਿਸ ਤਰੀਕੇ ਦੇ ਨਾਲ ਇੱਥੇ ਖਾਣ ਪੀਣ ਦਾ ਪ੍ਰਬੰਧ ਕਰਨਾ ਉਹ ਵੱਡਾ ਬਣ ਗਿਆ। ਇਹ ਪ੍ਰੋਵਿੰਸ ਵਾਈਜ਼ ਵੀ ਵੇਰੀ ਕਰ ਰਿਹਾ। 71% ਲੋਕ ਜਿਹੜੇ ਰਿਸਪੋਂਡੈਂਟ ਸੀਗੇ ਅਸਲ ਦੇ ਵਿੱਚ ਜਿਹੜੇ ਸਸਕਾਚਵਿਨ ਅਤੇ ਮੈਨੀਟੋਬਾ ਦੇ ਵਿੱਚ ਆ ਉਹ ਕਹਿ ਰਹੇ ਆ, 69% ਜਿਹੜੇ ਅਟਲਾਂਟਿਕ ਕੈਨੇਡਾ ਦੇ ਵਿੱਚ ਕਹਿ ਰਹੇ ਆ। ਅਤੇ ਜਿਹੜਾ ਇਹ ਪਰਿਵਾਰਾਂ ਨੂੰ ਭੋਜਨ ਦੇਣ ਦਾ ਕੰਸਰਨ ਆ ਉਹ BC ਦੇ ਵਿੱਚ ਬਹੁਤ ਘੱਟ ਆ, ਇੱਥੇ ਸਿਰਫ 51% ਆ। ਮੈਨੀਟੋਬਾ ਅਤੇ ਉਹ ਸਸਕਾਚਵਿਨ ਨਾਲੋਂ BC ਦੇ ਵਿੱਚ ਲੋਕਾਂ ਦੇ ਵਿੱਚ ਹਜੇ ਇਹ ਘੱਟ ਚਿੰਤਾ ਹੈ ਅਤੇ ਲੋਕ ਇੰਨੇ ਜ਼ਿਆਦਾ ਕੰਸਰਨਡ ਨਹੀਂ ਆ ਕਿ ਇਨਫਲੇਸ਼ਨ ਦਾ ਇੰਪੈਕਟ ਉਹਨਾਂ ਦੇ ਗਰੋਸਰੀ ਬਿਲਸ ਦੇ ਉੱਤੇ ਬਹੁਤ ਜ਼ਿਆਦਾ ਪਊਗਾ ਅਤੇ ਇਹ ਉਹਨਾਂ ਦਾ ਮੇਨ ਕੰਸਰਨ ਜਿਹੜਾ ਬਣ ਜਾਊਗਾ। ਪ੍ਰੋਵਿੰਸ ਵਾਈਜ਼ ਵੀ ਵੇਰੀ ਕਰ ਰਿਹਾ, ਏਜ ਵਾਈਜ਼ ਵੀ ਵੇਰੀ ਕਰ ਰਿਹਾ, ਪਰ ਜਿਹੜਾ ਇਹ ਇੱਕ ਸੱਚਮੁੱਚ ਬਹੁਤ ਵੱਡੀ ਚਿੰਤਾ ਦੀ ਗੱਲ ਆ। ਜਿਹੜੇ 1/4 ਨੇ, ਜਿਹੜੇ 24% ਲੋਕ ਨੇ ਉਹ ਇਹ ਕਹਿ ਰਹੇ ਕਿ ਸਾਡੇ ਕੋਲ ਪੈਸਾ ਬਚਿਆ ਹੀ ਕੋਈ ਨਹੀਂ ਕਿ ਅਸੀਂ ਆਪਣੀਆਂ ਜਿਹੜੀਆਂ ਨਸੈਸਿਟੀਜ਼, ਆਪਣੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰ ਸਕੀਏ। ਵੱਧਦੀ ਮਹਿੰਗਾਈ ਕਦੋਂ ਰੁਕਦੀ ਹੈ, ਲੋਕਾਂ ਨੂੰ ਕਦੋਂ ਸੁੱਖ ਦਾ ਸਾਹ ਆਉਂਦਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋਵੇਗਾ। ਅੱਜ ਇੱਕ ਮਸਲੇ ਬਾਰੇ ਅਸੀਂ ਗੱਲਬਾਤ ਕਰਨੀ ਹੈ। ਮਸਲਾ ਪੋਰਟੇਬਲਸ ਦਾ ਆ। ਪੋਰਟੇਬਲਸ ਸਰੀ ਦੇ ਵਿੱਚ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦੇ ਆ। ਪੋਰਟੇਬਲਸ ਦਾ ਮਤਲਬ ਇਹ ਆ ਕਿ ਬੱਚੇ ਪ੍ਰੋਪਰ ਕਲਾਸਰੂਮਸ ਦੇ ਵਿੱਚ ਸਕੂਲਾਂ ਵਿੱਚ ਪੜ੍ਹਦੇ ਆ। ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਆ, ਕਲਾਸਰੂਮ ਓਨੇ ਨਹੀਂ। ਉਹਨਾਂ ਦੇ ਹੱਲ ਦੇ ਲਈ ਇੱਕ ਟੈਂਪਰੇਰੀ ਕਲਾਸਰੂਮ ਸਕੂਲ ਤੋਂ ਬਾਹਰ ਬਣਾ ਦਿੱਤੇ ਜਾਂਦੇ ਆ, ਜਿਹੜੇ ਕਲਾਸਰੂਮ ਨਹੀਂ ਹੁੰਦੇ ਪਰ ਇੱਕ ਵਕਤੀ ਤੌਰ ਦੇ ਉੱਤੇ ਵਕਤ ਸਾਰਨ ਦੇ ਲਈ ਉਹਦੇ ਵਿੱਚ ਬੱਚਿਆਂ ਨੂੰ ਬਿਠਾ ਦਿੱਤਾ ਜਾਂਦਾ। ਪਰ ਹੌਲੀ ਹੌਲੀ ਪਿਛਲੇ ਲੰਬੇ ਸਮੇਂ ਤੋਂ ਇਹ ਇੱਕ ਵੇ ਆਫ ਲਾਈਫ ਬਣਦਾ ਜਾ ਰਿਹਾ। ਇਹਦੇ ਨਾਲ ਜੀਣਾ ਲੋਕ ਸਿੱਖ ਰਹੇ ਆ ਵੀ ਪੋਰਟੇਬਲਸ ਇੱਕ ਪੱਕਾ ਫੀਚਰ ਜਿਹਾ ਬਣ ਗਿਆ ਵੀ ਇਹ ਹਟਣੇ ਨਹੀਂ। ਸ਼ਾਇਦ ਲੋਕ ਇਹ ਵੀ ਸੋਚ ਰਹੇ ਵੀ ਜਿਸ ਤਰੀਕੇ ਨਾਲ ਸਰੀ ਦੇ ਵਿੱਚ ਲੋਕ ਆ ਰਹੇ ਆ ਬਾਹਰੋਂ, ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਆ, ਇਹ ਕਦੇ ਵੀ ਪੋਰਟੇਬਲਸ ਇੱਥੋਂ ਖਤਮ ਨਹੀਂ ਹੋਣਗੇ। ਜਿਹਦਾ ਦੂਜਾ ਮਤਲਬ ਇਹ ਆ ਕਿ ਬੱਚਿਆਂ ਨੂੰ ਪੜ੍ਹਨ ਦੇ ਲਈ ਪ੍ਰੋਪਰ ਕਲਾਸਰੂਮ ਕਦੇ ਵੀ ਨਹੀਂ ਮਿਲੂਗਾ। 74-75 ਹਜ਼ਾਰ ਜੇ ਨਿਆਣਾ ਇੱਥੇ ਪੜ੍ਹਦਾ ਤਾਂ ਉਹਦੇ ਵਿੱਚੋਂ 10 ਦੇ ਵਿੱਚੋਂ ਇੱਕ ਮਤਲਬ 7,000 ਨਿਆਣਾ ਜਿਹੜਾ ਉਹ ਪੋਰਟੇਬਲਸ ਦੇ ਵਿੱਚ ਪੜ੍ਹ ਰਿਹਾ। ਇੱਕ ਬੜੀ ਵੱਡੀ ਸਮੱਸਿਆ ਹੈ। ਇਸ ਸੰਬੰਧੀ ਅਸੀਂ ਅੱਜ ਦੋ ਜਣਿਆਂ ਦੇ ਨਾਲ ਗੱਲਬਾਤ ਕਰਨੀ ਹੈ। MLA ਜਿਨੀ ਸਿਮਸ, ਉਹਨਾਂ ਦੇ ਨਾਲ ਇਸ ਕਰਕੇ ਵੀ ਕਰ ਰਹੇ ਹਾਂ, ਸਰਕਾਰ ਦੇ ਵਿੱਚ ਨੇ, ਅਤੇ ਦੂਜਾ ਟੀਚਿੰਗ ਦੇ ਨਾਲ ਉਹ ਬਹੁਤ ਨੇੜਿਓਂ ਜੁੜੇ ਰਹੇ ਲੰਬਾ ਸਮਾਂ, ਇਸ ਗੱਲ ਦਾ ਉਹਨਾਂ ਨੂੰ ਤਜਰਬਾ ਆ। ਗੈਰੀ ਥਿੰਦ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ, ਸਕੂਲ ਟਰਸਟੀ ਆ। ਉਹ ਇਹਦੇ ਉੱਤੇ ਕੀ ਕਹਿੰਦੇ ਆ ਅਤੇ ਉਹਨਾਂ ਦੇ ਇਹਦੇ ਉੱਤੇ ਕੀ ਰਾਏ ਆ। ਜਿਨੀ ਸਿਮਸ ਜੀ,
ਇਹ ਸਮੱਸਿਆ ਬੜੇ ਲੰਬੇ ਸਮੇਂ ਤੋਂ ਆ ਸਾਨੂੰ, ਤੁਸੀਂ ਕਿਉਂਕਿ ਟੀਚਿੰਗ ਦੇ ਵਿੱਚ ਰਹੇ ਹੋ, ਇਹਦਾ ਫਰਕ ਪੈਂਦਾ ਕੋਈ? ਇੱਕ ਬੱਚਾ ਕਲਾਸਰੂਮ ਪ੍ਰੋਪਰ 'ਚ ਪੜ੍ਹ ਰਿਹਾ ਤੇ ਇੱਕ ਪੋਰਟੇਬਲ 'ਚ ਪੜ੍ਹ ਰਿਹਾ। ਸਭ ਤੋਂ ਪਹਿਲਾਂ ਹਰੇਕ ਬੱਚੇ ਦਾ ਹੱਕ ਹੈਗਾ ਆ ਉਹਨਾਂ ਦੇ ਕੋਲ ਰੀਅਲ ਕਲਾਸਰੂਮ ਹੋਵੇ, ਜਿਹਦੇ ਵਿੱਚ ਸਾਰੀਆਂ ਵੀ ਕਿਤਾਬਾਂ ਵੀ ਹੋਣ, ਵਧੀਆ ਡੈਸਕਸ ਵੀ ਹੋਣ, ਅਤੇ ਉੱਥੇ ਵਾਸ਼ਰੂਮ ਵੀ ਇਨਡੋਰਸ ਹੋਵੇ। ਇਹ ਹਰੇਕ ਬੱਚੇ ਦਾ ਹੱਕ ਹੈਗਾ ਆ। ਪਰ ਕਈ ਸਾਲਾਂ ਦੇ ਵਿੱਚ ਸਰੀ ਦੇ ਵਿੱਚ ਪੋਰਟੇਬਲਸ ਵੱਧ ਰਹੇ ਨੇ। ਇਹਦਾ ਕਾਰਨ ਇਹ ਹੈਗਾ ਹੈ ਵੀ 16 ਸਾਲ ਜਦੋਂ ਲਿਬਰਲ ਸਰਕਾਰ ਸੀਗੀ, ਉਹਨਾਂ ਨੇ ਬਹੁਤ ਕਮ ਸਕੂਲ ਬਣਾਏ। 2014 ਤੋਂ 2017 ਦੇ ਵਿੱਚ ਜਦੋਂ ਇੱਥੇ ਬਹੁਤ ਸਾਰੇ ਲੋਕ ਆ ਗਏ ਸੀਗੇ, ਉਹਨਾਂ ਦਿਨਾਂ ਦੇ ਵਿੱਚ ਸਿਰਫ ਇੱਕ ਸਕੂਲ ਐਕਸਪੈਂਸ਼ਨ ਕੀਤਾ ਸੀ, ਸਿਰਫ 1। ਕੋਈ ਨਵਾਂ ਸਕੂਲ ਨਹੀਂ ਸੀਗਾ ਖੁੱਲ੍ਹਿਆ। ਹੁਣ ਜਦੋਂ ਦੀ ਸਾਡੀ ਸਰਕਾਰ ਬਣੀ ਆ, ਜਿੱਦਣ ਸਾਡਾ ਇਲੈਕਸ਼ਨ ਹੋ ਰਿਹਾ ਸੀਗਾ 2017 ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ 7400 ਬੱਚਾ ਪੋਰਟੇਬਲਸ ਵਿੱਚ ਬੈਠਾ ਸੀ। ਜਿੱਦਣ ਦੀ ਸਾਡੀ ਸਰਕਾਰ ਬਣੀ ਆ, ਅਸੀਂ 9500 ਸਾਡੇ ਜਿਹੜੇ ਕਨਫਰਮਡ ਨੰਬਰ ਆ, ਪਰ ਜਿਹੜੇ ਪਲਾਨਿੰਗ ਸਟੇਜ ਵਿੱਚ ਹੁਣ ਹੈਗੇ ਆ, 11500 ਸਪੇਸਿਸ ਜਾਂ ਬਣ ਗਈਆਂ ਆ ਜਾਂ ਇਸ ਵਕਤ ਪ੍ਰੋਸੈਸ ਵਿੱਚ ਹੈਗੀਆਂ ਆ ਬਣਨ ਨੂੰ। ਸੋ ਤੁਸੀਂ ਦੇਖ ਲਓ ਵੀ ਜਿਹੜੀ ਸਾਡੀ ਕਮਿਟਮੈਂਟ ਸੀਗੀ ਵੀ ਉਹ ਜਿਹੜੇ 7500 ਬੱਚੇ ਪੋਰਟੇਬਲਸ ਵਿੱਚ ਬੈਠੇ ਹੋਣਗੇ, ਉਹਨਾਂ ਦੇ ਲਈ ਕਲਾਸਰੂਮ ਬਣ ਜਾਣਗੇ। ਅਸੀਂ ਉਹਦੇ ਨਾਲੋਂ ਜ਼ਿਆਦਾ ਵਾਅਦੇ ਪੂਰੇ ਕੀਤੇ ਨੇ, ਕਰਕੇ 9,500 11000 ਹੁਣ ਹੋ ਗਏ ਆ। ਪਰ ਫਿਰ ਵੀ ਬੱਚੇ ਪੋਰਟੇਬਲਸ ਵਿੱਚ ਹੈਗੇ ਆ। ਕਾਰਨ ਕੀ ਆ? ਸਰੀ ਦੇ ਵਿੱਚ ਹਰੇਕ ਮਹੀਨੇ 1600 ਪਰਿਵਾਰ ਆਉਂਦੇ ਨੇ, ਪੀਪਲ ਆਉਂਦੇ ਨੇ, ਅਤੇ ਉਹਨਾਂ ਦੇ ਨਾਲ ਛੋਟੇ ਬੱਚੇ ਵੀ ਹੁੰਦੇ ਆ। ਇੱਕ ਬਹੁਤ ਆਲੇ ਦੁਆਲੇ ਇਲਾਕੇ ਵਿੱਚੋਂ, ਵੈਨਕੂਵਰ ਵਿੱਚੋਂ, ਹੋਰ ਜਗ੍ਹਾ ਵਿੱਚੋਂ ਵੀ ਜਦੋਂ ਉੱਥੇ ਮਹਿੰਗਾਈ ਇੰਨੀ ਹੋ ਗਈ, ਲੋਕ ਬਾਹਰ ਆਉਣ ਲੱਗ ਪਏ, ਸਰੀ ਦੇ ਵਿੱਚ ਰਹਿਣ ਲੱਗ ਪਏ। ਸਰੀ ਤੁਸੀਂ ਦੇਖੋ ਆਪਣੇ ਇੱਧਰ ਜਦੋਂ ਤੁਸੀਂ ਸਪੈਨ ਕਰੋਗੇ ਤੁਹਾਨੂੰ ਦੱਸੂਗਾ, ਜਿੱਥੇ ਅੱਗੇ ਕੁਛ ਵੀ ਨਹੀਂ ਸੀਗਾ ਉੱਥੇ ਟਾਊਨ ਹਾਊਸ ਸਿਟੀ ਬਣ ਗਈ ਆ, ਰਾਈਟ। 60 'ਤੇ ਤੁਸੀਂ ਜਾ ਕੇ ਦੇਖੋ, ਉੱਥੇ ਵੀ ਸਾਡੀ ਸਰਕਾਰ ਨੇ ਸਿਰਫ 11,500 ਸਪੇਸਿਸ ਜਾਂ ਵੀ ਜਿਹੜੇ ਬਣ ਗਏ ਆ, ਐਕਸਪੈਂਸ਼ਨ ਹੋ ਗਏ ਆ ਜਾਂ ਇਨ ਪ੍ਰੋਸੈਸ ਹੈਗੇ, ਉਹ ਵੀ ਨਹੀਂ ਕੀਤਾ। ਅਸੀਂ ਆਉਣ ਵਾਲੇ ਸਾਲਾਂ ਲਈ ਵੀ ਹੁਣ ਪ੍ਰੋਪਰਟੀ ਖਰੀਦਣ ਲੱਗ ਪਏ ਹਾਂ। ਇੱਥੋਂ ਬਹੁਤ ਲਾਗੇ ਹੀ 5 ਮਿੰਟ ਲੱਗਦੇ ਆ ਤੁਰ ਕੇ ਜਾਣ ਨੂੰ, ਇੱਕ ਹੋਰ ਐਲੀਮੈਂਟਰੀ ਸਕੂਲ ਦੀ ਜਗ੍ਹਾ ਅਸੀਂ ਖਰੀਦ ਲਈ ਆ। ਸਿਟੀ ਪਲਾਨਿੰਗ ਸ਼ੁਰੂ ਤੋਂ, ਸਿਟੀ ਦੀ ਜਿਹੜੀ ਪਲਾਨਿੰਗ ਹੈਗੀ ਆ, ਮੇਰੇ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਨਹੀਂ ਰਹੀ ਵੀ ਅਸੀਂ ਸਕੂਲਸ ਦਾ ਵੀ ਅਤੇ ਇਨਫਰਾਸਟਰਕਚਰ ਸਾਰੇ ਦਾ ਇੰਤਜ਼ਾਮ ਕਰੀਏ। ਜਿਸ ਤਰੀਕੇ ਦੇ ਨਾਲ ਜਿੱਥੇ ਹਸਪਤਾਲ ਬਣਨਾ ਸੀਗਾ ਉਹ ਜ਼ਮੀਨ ਵੇਚ ਕੇ ਲਿਬਰਲ ਚੱਲ ਗਏ ਸੀਗੇ, ਇਸ ਤਰੀਕੇ ਦੇ ਨਾਲ ਨਾ ਸਿਟੀ ਨੇ ਨਾ ਪ੍ਰੀਵੀਅਸ ਗਵਰਨਮੈਂਟ ਨੇ ਸਕੂਲਾਂ ਦਾ ਇੰਤਜ਼ਾਮ ਕੀਤਾ ਵੀ ਜੇ ਅਸੀਂ ਪਰਮਿਟਸ ਦੇਣੇ ਆ, ਗਰੋਥ ਕਰਨੀ ਆ ਸਰੀ ਪਾਨੋਰਾਮਾ ਵਿੱਚ, ਸਾਊਥ ਸਰੀ ਦੇ ਵਿੱਚ, ਜਾਂ ਇੱਥੇ ਆਪਣੇ ਫਲੀਟਵੁੱਡ ਵੱਲ ਵੀ, ਫਿਰ ਉੱਥੇ ਸਕੂਲਾਂ ਦਾ ਵੀ ਇੰਤਜ਼ਾਮ ਹੋਣਾ ਚਾਹੀਦਾ ਆ। ਸੋ ਇਹਦੇ ਵਿੱਚ ਫੋਰ ਸਿਟੀ ਪਲਾਨਿੰਗ, ਬਿਗ ਗਰੋਥ, ਅਤੇ ਨਾਲੇ ਜਿਹੜੀ 16 ਸਾਲਾਂ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੋਈ ਇਨਫਰਾਸਟਰਕਚਰ ਦੇ ਵਿੱਚ, ਉਹਦੀ ਕਮੀਆਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪੂਰੀ ਕਰਨ ਨੂੰ। ਪਰ ਮੈਂ ਸਦਾ ਕਹਿੰਦੀ ਸੀਗੀ, ਜਦੋਂ ਮੈਂ ਟੀਚਰ ਵੀ ਸੀਗੀ, ਪ੍ਰਧਾਨ ਵੀ ਸੀਗੀ, ਐਵਰੀ ਚਾਈਲਡ ਨੀਡਸ ਅ ਰੀਅਲ ਕਲਾਸਰੂਮ। ਦੇਖੋ ਕਈ ਪੋਰਟੇਬਲ ਹੈਗੇ ਆ, they just upset me। ਕਈ ਹੈਗੇ ਆ ਜਿਹੜੇ ਸਟੇਟ ਆਫ ਦੀ ਆਰਟਸ ਹੈਗੇ, ਨਵੇਂ ਹੈਗੇ ਆ, ਉਹ 2-3 ਜੁੜੇ ਹੁੰਦੇ, ਮੋਡਿਊਲਰ, ਉਹਨਾਂ ਦੇ ਵਿੱਚ ਵਾਸ਼ਰੂਮ ਵੀ ਹੁੰਦਾ ਆ। ਪਰ ਫਿਰ ਵੀ ਨਾ ਜਦੋਂ ਬੱਚੇ ਪੋਰਟੇਬਲਸ ਵਿੱਚ ਬਾਹਰ ਪੜ੍ਹਦੇ ਆ, ਜਿਹਨਾਂ ਉਹਨਾਂ ਕੋਲ ਵਾਸ਼ਰੂਮ ਫੈਸਿਲਿਟੀਜ਼ ਹੈ ਨਹੀਂ, ਆਫਿਸ ਵਿੱਚ ਜਾਣ ਨੂੰ ਵੀ ਉਹਨਾਂ ਨੂੰ ਮੀਂਹ ਦੇ ਵਿੱਚ ਜਾਂ ਸਨੋ ਦੇ ਵਿੱਚ ਜਾਣਾ ਪੈਂਦਾ ਆ, ਫਿਰ ਤਕਲੀਫਾਂ ਤਾਂ ਆਉਂਦੀਆਂ ਹੀ ਆ। 2 ਵਾਰੀਆਂ NDP ਨੂੰ ਵੀ ਹੋ ਗਈਆਂ, ਅਤੇ ਅਗਲੀ ਵਾਰੀ ਵੀ ਲੱਗਦਾ NDP ਹੋਣੀ ਆ। ਲਿਬਰਲ ਦਾ ਹਜੇ ਤੱਕ ਕੁਛ ਲੱਗਦਾ ਨਹੀਂ। ਅੰਦਾਜ਼ਾ ਲਾ ਸਕਦੇ ਵੀ ਕਦੋਂ ਤੱਕ ਇਹ ਖਤਮ ਹੋ ਜਾਣਗੇ, ਜਾਂ ਲੋਕ ਤਾਂ ਹੋਰ ਆਈ ਜਾਣੇ, ਔਰ ਜਿੱਦਾਂ ਪੈਂਡੈਮਿਕ ਦੇ ਵਿੱਚ BC ਨੇ ਪਰਫਾਰਮ ਕੀਤਾ, ਲੋਕ ਹੋਰ ਜ਼ਿਆਦਾ ਆਉਣਗੇ ਇੱਥੇ, ਇਹਦਾ ਮਤਲਬ ਇੱਦਾਂ ਹੀ ਰਹਿਣਗੇ? ਦੇਖੋ ਪੂਰੀ ਕੋਸ਼ਿਸ਼ ਕਰਦੇ ਹਾਂ। ਇੱਕ ਮੈਂ ਸਰੀ ਸਕੂਲ ਬੋਰਡ ਦਾ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਉਹਨਾਂ ਨੇ ਸਾਡੇ ਨਾਲ ਮਿਲ ਕੇ, ਅਸੀਂ ਸਪੈਸ਼ਲ ਪ੍ਰੋਜੈਕਟ ਆਫਿਸ ਬਣਾਇਆ ਸਰੀ ਦੇ ਵਿੱਚ, ਪਹਿਲੀ ਵਾਰੀ ਸਰਕਾਰ ਨੇ। ਉਹਦੇ ਨਾਲ ਸਭ ਕੁਛ ਇੰਨੀ ਛੇਤੀ ਬਣਾਇਆ ਗਿਆ, ਨਹੀਂ ਤਾਂ ਇਹਨਾਂ ਬਣਾਉਣ ਨੂੰ ਵੀ ਬਹੁਤ ਚਿਰ ਲੱਗ ਜਾਣਾ ਸੀ। ਵੀ ਬਿਲਡਿੰਗ ਸਕੂਲਸ ਐਜ਼ ਫਾਸਟ ਐਜ਼ ਵੀ ਕੈਨ। ਹੁਣ ਤੁਸੀਂ ਦੇਖੋ ਕੰਸਟਰਕਸ਼ਨ ਕਿੱਦਾਂ ਹੋ ਰਿਹਾ ਆ। ਜਦੋਂ ਇੱਥੋਂ ਨਿਕਲੂਗੇ ਸਲਵਨ ਸੈਕੰਡਰੀ ਸਕੂਲ ਵੱਲ ਨੂੰ ਕੈਮਰਾ ਘੁਮਾਇਓ, ਉੱਥੇ ਤੁਹਾਨੂੰ ਦੱਸੂਗਾ 800 ਨਿਊ ਸਪਾਟਸ। ਇਹ ਖਤਮ ਕਦੋਂ ਤੱਕ ਹੋ ਜਾਣਗੇ ਜੀ? ਕੋਈ ਟਾਈਮ ਲਾਈਨ? 10 ਸਾਲ, 20 ਸਾਲ? ਇਹ ਤਾਂ ਵੀ ਇੱਦਾਂ ਕਹਿੰਦੀ ਆ ਵੀ ਪ੍ਰੋਜੈਕਸ਼ਨ ਨਹੀਂ ਕਰ ਸਕਦੇ, ਬਟ ਸਾਡੀ ਸਰਕਾਰ ਨੇ ਜਿਸ ਜਲਦੀ ਨਾਲ ਕੰਮ ਕਰ ਰਹੇ ਆ,
ਕੋਸ਼ਿਸ਼ ਤਾਂ ਸਾਡੀ ਹੈਗੀ ਆ, ਪਰ ਜਿਸ ਤਰ੍ਹਾਂ ਲੋਕ ਇੱਥੇ ਆ ਰਹੇ ਆ, ਵੀ ਨੀਡ ਮੋਰ ਲੈਂਡ, ਵੀ ਨੀਡ ਟੂ ਬਿਲਡ ਮੋਰ ਸਕੂਲਸ। ਅਸੀਂ ਇਹ ਜਿਹੜੇ ਬੱਚੇ ਹੁਣ ਇਹਨਾਂ 'ਚ ਪੜ੍ਹ ਕੇ ਚਲੇ ਗਏ ਇੰਨੇ ਵੀ ਕਈ ਵਾਰੀ ਉੱਥੇ ਚੂਹੇ ਵੀ ਹੁੰਦੇ ਆ ਅਤੇ ਕਈ ਵਾਰੀ ਉੱਥੇ ਮੋਲਡ ਵੀ ਹੁੰਦਾ ਇਹਨਾਂ ਪੋਰਟੇਬਲਸ ਦੇ ਵਿੱਚ, ਮਤਲਬ ਉਹਨਾਂ ਨੂੰ ਰੀਅਲ ਕਲਾਸਰੂਮ ਹੀ ਨਹੀਂ ਮਿਲਿਆ, ਇਹਦੇ ਲਈ ਜ਼ਿੰਮੇਵਾਰ ਕੌਣ ਆ, ਕਿਹਨੂੰ ਮੰਨਿਆ ਜਾਵੇ? ਦੇਖੋ, ਉਹ ਕਲਾਸਰੂਮ ਹੁੰਦੇ ਆ, ਉਹਦੇ ਵਿੱਚ ਟੀਚਰ ਵੀ ਹੁੰਦੇ ਆ, ਬਾਕੀ ਸਭ ਕੁਝ ਵੀ ਹੁੰਦਾ ਆ। ਜਿਸ ਬੱਚੇ ਨੇ ਪੜ੍ਹਨਾ ਆ, ਆਪਾਂ ਨੂੰ ਪਤਾ, ਉਹਨੂੰ ਹਨੇਰੀ ਕੋਠੀ ਵਿੱਚ ਵੀ ਬਿਠਾ ਦਿਓ ਨਾ, ਉਹ ਬੱਚਾ ਪੜ੍ਹ ਜਾਂਦਾ ਆ। ਜਿਹੜੇ ਬੱਚੇ ਜਦੋਂ ਕਲਾਸਰੂਮ ਵਿੱਚ ਬੈਠ ਜਾਂਦੇ ਆ ਨਾ, ਉਹ ਇੱਕ ਦੂਸਰੇ ਨਾਲ ਜਿਹੜੀ ਉਹਨਾਂ ਦੀ ਰਿਲੇਸ਼ਨਸ਼ਿਪਸ ਹੁੰਦੀ ਆ, ਉਹ ਹੁੰਦੀ ਆ। ਟੀਚਰਸ ਨੇ ਪੜ੍ਹਾਉਣਾ ਆ, ਟੀਚਰਸ ਵੀ ਵਧੀਆ ਹੈਗੇ ਆ। ਸੋ ਇਸ ਕਰਕੇ ਜ਼ਰੂਰ ਕਮੀ ਹੈਗੀ ਆ, ਪਰ ਕਈ ਇਲਾਕਿਆਂ ਦੇ ਵਿੱਚ ਸਕੂਲਸ ਵੀ ਪੋਰਟੇਬਲਸ, ਮੋਡੂਲਰ ਸਕੂਲਸ ਬਣਾਉਣ ਲੱਗ ਪਏ ਆ। ਨੌਰਦਰਨ ਅਲਬਰਟਾ ਦੇ ਵਿੱਚ ਮੋਡੂਲਰ ਸਕੂਲਸ ਹੀ ਹੁੰਦੇ ਆ। ਉਹਨਾਂ ਨੂੰ ਪਤਾ ਜਦੋਂ ਉੱਥੇ ਵੀ ਜਾਂ ਮਾਈਨ ਜਾਂ ਜਿੱਥੇ ਵੀ ਤੇਲ ਕੱਢਦੇ ਖਤਮ ਹੋ ਗਿਆ, ਸਕੂਲ ਨੂੰ ਹੀ ਚੁੱਕ ਕੇ ਲੈ ਜਾਵਾਂਗੇ। ਸੋ ਬਹੁਤ ਡਿਫਰੈਂਟ ਤਰੀਕੇ ਹੈਗੇ ਆ ਜਿਹਦੇ ਨਾਲ ਤੁਸੀਂ ਸੁਧਾਰ ਲਿਆ ਸਕਦੇ ਆ। ਸਰਕਾਰ ਦਾ ਕੰਮ ਹੈਗਾ ਆ ਵੀ ਇਨਫਰਾਸਟ੍ਰਕਚਰ ਨੂੰ ਬਿਲਡ ਕਰਨਾ। ਜਿਨੀ ਜੀ, ਇਸੇ ਕਰਕੇ ਅਸੀਂ ਤੁਹਾਡੇ ਕੋਲ ਆਏ ਹਾਂ ਕਿ ਤੁਹਾਨੂੰ ਸਕੂਲਾਂ ਬਾਰੇ ਵੀ ਚੰਗੀ ਤਰ੍ਹਾਂ ਪਤਾ ਅਤੇ ਤੁਸੀਂ ਸਰਕਾਰ ਦੇ ਵਿੱਚ ਵੀ ਹੋ। ਹੁਣ ਜਾਂ ਤਾਂ ਅਸੀਂ ਇਹ ਮੰਨ ਲਈਏ ਵੀ ਇਹਦੇ 'ਚ ਕੋਈ ਫਰਕ ਨਹੀਂ ਆ, ਇਹ ਸਕੂਲ ਠੀਕ ਆ, ਇੱਦਾਂ ਦੇ ਵੀ ਬਣੀ ਜਾਣ, ਨਿਆਣਿਆਂ ਨੇ ਜਿਹੜੇ ਹਨੇਰੀ ਕੋਠੜੀ 'ਚ ਪੜ੍ਹਨਾ ਉਹਨੇ ਤਾਂ ਪੜ੍ਹੀ ਜਾਣਾ, ਜਾਂ ਅਸੀਂ ਮੰਨੀਏ ਕਿ ਨਹੀਂ, ਅਸਲ ਦੇ ਵਿੱਚ ਚਾਹੀਦੇ ਇਹ ਹੁੰਦੇ ਆ ਅਤੇ ਪਰ ਮਜਬੂਰੀ ਆ ਵੀ ਨਿਆਣਿਆਂ ਨੂੰ ਇਹਦੇ 'ਚ ਪੜ੍ਹਨਾ ਪੈ ਰਿਹਾ। ਕੀ ਲੱਗਦਾ ਜੀ? ਹਰੇਕ ਬੱਚੇ ਦਾ ਹੱਕ ਹੈਗਾ ਆ ਫॉर ਅ ਰੀਅਲ ਕਲਾਸਰੂਮ ਇਨ ਅ ਰੀਅਲ ਸਕੂਲ। ਪੋਰਟੇਬਲਸ ਆਰ ਅ ਮੈਜਰ till the schools get built। ਜਿੰਨੀ ਸਿਮਸ ਹੋਣਾ ਤੋਂ ਬਾਅਦ ਅਸੀਂ ਆਏ ਹਾਂ ਗੈਰੀ ਥਿੰਦ ਹੋਣਾ ਕੋਲ। ਗੈਰੀ ਥਿੰਦ ਸਕੂਲ ਟਰਸਟੀ ਨੇ ਇੱਥੇ ਕਮਿਊਨਿਟੀ ਦੇ ਵਿੱਚ ਜਾਣੇ ਪਛਾਣੇ ਨੇ, MLA ਦੀ ਲਿਬਰਲਸ ਵੱਲੋਂ ਇਲੈਕਸ਼ਨ ਵੀ ਲੜ ਚੁੱਕੇ ਨੇ। ਥਿੰਦ ਸਾਹਿਬ, ਪੋਰਟੇਬਲਸ ਹਟ ਜਾਣਗੇ? ਕੌਣ ਜ਼ਿੰਮੇਵਾਰ ਆ? ਕਦੇ ਹਟਣਗੇ ਕਿ ਨਹੀਂ ਜੀ? ਦੇਖੋ ਜੀ, ਪਹਿਲਾਂ ਤਾਂ ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਪੋਰਟੇਬਲਸ ਦੀ ਸਰੀ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਸਮੱਸਿਆ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਜੀ। ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੋਏਗਾ ਕਿ ਜਦੋਂ NDP ਸਰਕਾਰ ਹੋਂਦ ਵਿੱਚ ਆਈ ਹੈ ਅੱਜ ਤੋਂ ਤਕਰੀਬਨ 6 ਸਾਲ ਪਹਿਲਾਂ, ਤਾਂ ਇਹਨਾਂ ਨੇ ਇੱਕ ਵਾਅਦਾ ਕੀਤਾ ਸੀਗਾ ਸਰੀ ਦੇ ਵੋਟਰਸ ਨੂੰ, ਸਾਰੇ ਹੀ MLAs ਨੇ, ਇਨਕਲੂਡਿੰਗ ਇਹਨਾਂ ਦੇ ਜਿਹੜੇ ਮਾਨਯੋਗ ਪ੍ਰੀਮੀਅਰ ਜੌਨ ਹੌਰਗਨ ਸਾਹਿਬ ਹੋਰਾਂ ਨੇ, ਕਿ ਅਸੀਂ ਸਰੀ ਦੇ ਵਿੱਚੋਂ ਅਗਲੇ 4 ਸਾਲਾਂ ਦੇ ਵਿੱਚੋਂ ਪੋਰਟੇਬਲਸ ਖਤਮ ਕਰ ਦਿਆਂਗੇ। ਓਫੀਸ਼ੀਅਲ ਰਿਕਾਰਡਿੰਗ ਹੈਗੀਆਂ ਉਸ ਸਟੇਟਮੈਂਟ ਦੀਆਂ, ਰਾਈਟ। ਅਤੇ ਹੋਇਆ ਕਿ ਜੀ 4 ਸਾਲ ਮੁੱਕ ਗਏ। ਪੋਰਟੇਬਲਸ ਜਿਹੜੇ ਉਸ ਟਾਈਮ 250 ਸੀਗੇ, ਜਦੋਂ ਇਹਨਾਂ ਨੇ ਇਲੈਕਸ਼ਨ ਦੁਬਾਰਾ ਹੋਏ ਤਾਂ ਤਕਰੀਬਨ ਸਰੀ ਦੇ ਵਿੱਚ 350 ਪੋਰਟੇਬਲ ਸੀਗੇ। ਅਤੇ ਅੱਜ ਵੀ ਜਿਹੜੀ ਪੋਰਟੇਬਲਸ ਦੀ ਗਿਣਤੀ ਆ ਸਰੀ ਦੇ ਵਿੱਚ 345 ਪੋਰਟੇਬਲਸ ਸਾਡੇ ਕੋਲ ਪਏ ਹੈਗੇ ਆ। ਸੋ 6 ਸਾਲ ਇਸ ਗੌਰਮੈਂਟ ਨੂੰ ਹੋਂਦ ਵਿੱਚ ਆਇਆ ਨੂੰ ਹੋ ਗਏ। ਵਾਅਦੇ ਜਿਹੜੇ ਕੀਤੇ ਸੀਗੇ ਉਹ ਸਭ ਦੇ ਸਭ ਝੂਠੇ ਨਿਕਲੇ। ਪੋਰਟੇਬਲਸ ਜੇ ਆਪਾਂ ਸਰੀ ਦੇ ਵਿੱਚੋਂ ਖ਼ਤਮ ਕਰਨੇ ਆ ਨਾ ਜੀ, ਤਾਂ ਸਿਰਫ ਇੱਕੋ ਹੀ ਹੱਲ ਹੈਗਾ, ਉਹ ਹੈਗਾ ਵੀ ਜਿਹੜੀ ਸਾਡੀ $1.1 ਬਿਲੀਅਨ ਦੀ ਡਿਮਾਂਡ ਹੈਗੀ ਆ, ਸਰੀ ਦੀ ਜਿਹੜੀ ਕੈਪੀਟਲ ਡਿਮਾਂਡ ਹੈ, ਉਹਨੂੰ ਜਿਹੜਾ ਰਾਈਟ ਵੇ ਜਿਹੜੀ ਵੀ ਸਰਕਾਰ ਆਉਂਦੀ ਆ, ਚਾਹੇ ਲਿਬਰਲ ਆਏ, ਚਾਹੇ NDP ਆਏ, ਜਾਂ ਕੋਈ ਹੋਰ ਸਰਕਾਰ ਆਵੇ, ਜਿੰਨੀ ਚਿਰ ਤੱਕ ਇੱਕ ਬਹੁਤ ਵੱਡੀ ਰਾਸ਼ੀ ਜਿਹੜੀ ਸਰੀ ਨੂੰ, ਜਿਹੜੀ ਕਿ ਆਪਾਂ $1 ਬਿਲੀਅਨ ਤੋਂ ਉੱਤੇ ਦੀ ਗੱਲ ਕਰ ਰਹੇ ਹਾਂ, ਜੇ ਨਹੀਂ ਮਿਲੇਗੀ, ਪੋਰਟੇਬਲ ਦੀ ਸਮੱਸਿਆ ਸਰੀ ਦੇ ਵਿੱਚੋਂ ਨਹੀਂ ਹੱਲ ਹੋਣੀ। ਸੋ ਜੇ ਆਪਾਂ ਸਰੀ ਦੀ ਗੱਲ ਕਰੀਏ, ਜੇ ਸਰੀ ਨੂੰ ਤੁਸੀਂ ਹਰ ਸਾਲ ਜੇ ਕਹੋ ਵੀ ਅਸੀਂ 2 ਜਾਂ 3 ਸਕੂਲ ਨਵੇਂ ਦੇ ਦਿੰਦੇ ਆ, ਉਹਦੇ ਨਾਲ ਸਰੀ ਦੇ ਵਿੱਚੋਂ ਪੋਰਟੇਬਲਸ ਦੀ ਜਿਹੜੀ ਸਮੱਸਿਆ ਹੱਲ ਨਹੀਂ ਹੋਣੀ। ਕਿਉਂਕਿ ਜੇ ਆਪਾਂ ਸਰੀ ਦੀ ਗਰੋਥ ਦੀ ਗੱਲ ਕਰੀਏ ਤਾਂ ਹਰ ਸਾਲ ਸਾਡੇ ਕੋਲ ਤਕਰੀਬਨ 1000 ਨਵਾਂ ਜਿਹੜਾ ਉਹ ਸਟੂਡੈਂਟ ਬੱਚਾ ਜਿਹੜਾ ਸਰੀ ਸਕੂਲ ਡਿਸਟ੍ਰਿਕਟ ਦੇ ਵਿੱਚ ਆ ਰਿਹਾ। 1000 ਸਟੂਡੈਂਟ ਮਤਲਬ ਕਿ ਸਾਨੂੰ 2 ਐਲੀਮੈਂਟਰੀ ਸਕੂਲ ਅਤੇ 1 ਸੈਕੰਡਰੀ ਸਕੂਲ ਸਿਰਫ ਸਾਡੀ ਗਰੋਥ ਨੂੰ ਆਪਣੇ ਮੈਚ ਕਰਨ ਨੂੰ ਚਾਹੀਦਾ ਹੈਗਾ। ਸੋ ਜੇ ਤੁਸੀਂ 3 ਸਕੂਲਾਂ ਨਾਲ ਸਿਰਫ ਗਰੋਥ ਨੂੰ ਹੀ ਮੈਚ ਕਰ ਰਹੇ ਹੋ, ਤਾਂ ਜਦੋਂ ਦੀ NDP ਸਰਕਾਰ ਹੋਣ ਦੇ ਵਿੱਚ ਆਈ ਹੈ, ਇਹਨਾਂ ਨੇ ਸਾਨੂੰ ਜਿਹੜੇ ਸਕੂਲ ਦਿੱਤੇ ਆ ਉਹ ਸਾਡੀ ਗਰੋਥ ਨੂੰ ਕੈਚਅਪ ਕਰਨ ਲਈ ਵੀ ਅਨਫ ਨਹੀਂ ਹੈਗੇ। ਹਾਂ, ਜੇ ਲਿਬਰਲ ਗਵਰਨਮੈਂਟ ਦੀ ਗੱਲ ਕਰੀਏ ਪਿਛਲੀ ਦੀ, ਤਾਂ ਉਹਨਾਂ ਨਾਲੋਂ ਇਹਨਾਂ ਨੂੰ ਬਹੁਤ ਜ਼ਿਆਦਾ ਸਾਨੂੰ ਜਿਹੜੇ ਨਵੇਂ ਸਕੂਲ ਜਾਂ ਆਡੀਸ਼ਨਸ ਆ ਜਿਹੜੀ ਉਸ ਹਿਸਾਬ ਨਾਲ ਫੰਡਿੰਗ ਮਿਲ ਰਹੀ ਹੈਗੀ ਆ। ਪਰ ਜੋ ਪ੍ਰੋਮਿਸ ਇਹ ਸੀਗਾ ਕਿ ਅਸੀਂ ਸਰੀ ਦੇ ਵਿੱਚੋਂ ਪੋਰਟੇਬਲਸ ਖਤਮ ਕਰਾਂਗੇ। ਜਦੋਂ ਇਹ ਸਰਕਾਰ ਹੋਂਦ ਵਿੱਚ ਆਈ ਸੀ 250 ਪੋਰਟੇਬਲ ਸੀਗੇ, ਅੱਜ 345 ਪੋਰਟੇਬਲ ਆ। ਸਾਰੇ ਮੈਥ ਆਪੇ ਕਰ ਸਕਦੇ ਜੀ। ਤੁਹਾਡਾ ਕੀ ਕੰਮ ਹੁੰਦਾ ਇੱਕ ਸਕੂਲ ਟਰਸਟੀ ਦਾ? ਤੁਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ? ਇਹਨਾਂ ਨੂੰ ਕਹਿ ਨਹੀਂ ਸਕਦੇ ਸਰਕਾਰਾਂ ਨੂੰ ਇੰਨਾ ਪੈਸਾ ਚਾਹੀਦਾ? ਬੜੀ ਸਿੱਧੀ ਜੀ ਤੁਸੀਂ ਹੱਲ ਦੱਸਿਆ ਵੀ ਇੰਨੀ ਮਨੀ ਮਿਲ ਜੇ ਤਾਂ ਸਮੱਸਿਆ ਹੱਲ ਹੋ ਸਕਦੀ ਹੈ। ਕਿਉਂ ਨਹੀਂ ਦਿੰਦੇ? ਮਨੀ ਹੈ ਨਹੀਂ, ਮਸਲਾ ਕਿੱਥੇ ਹੈ ਜੀ? ਦੇਖੋ, ਜਿਹੜਾ ਮਿਨਿਸਟਰੀ ਆਫ ਐਜੂਕੇਸ਼ਨ ਦਾ ਜੇ ਕੈਪੀਟਲ ਦੀ ਗੱਲ ਕਰੀਏ
ਤਾਂ ਪੂਰੇ BC ਦਾ ਜਿਹੜਾ ਆਹ ਵਾਲਾ ਸਾਲ ਦਾ ਬਜਟ ਆ ਉਹਦੇ ਵਿੱਚ ਸਿਰਫ $1 ਬਿਲੀਅਨ ਉਹਨਾਂ ਨੇ ਰਾਖਵਾਂ ਰੱਖਿਆ ਪੂਰੇ ਸੂਬੇ ਦਾ। ਤੇ ਉਹਦੇ ਵਿੱਚੋਂ ਜੇ ਆਪਾਂ ਕਹੀਏ 1 ਬਿਲੀਅਨ ਦੇ ਵਿੱਚੋਂ ਤੁਸੀਂ ਸਰੀ ਨੂੰ ਹੀ 1 ਬਿਲੀਅਨ ਦੇ ਦਿਓ ਤਾਂ ਬਾਕੀ ਜਿਹੜੇ ਉਹ ਸਿਟੀਜ਼ ਹੈ ਹੋਰ ਸਕੂਲ ਡਿਸਟ੍ਰਿਕਟਸ ਆ ਉਹਨਾਂ ਨੇ ਕਿੱਥੇ ਜਾਣਾ ਹੈਗਾ। ਸੋ ਸੂਬਾ ਸਰਕਾਰ ਨੂੰ ਕੋਈ ਵੀ ਗਵਰਨਮੈਂਟ ਆਉਂਦੀ ਹੈਗੀ ਆ, ਚਾਹੇ ਉਹ NDP ਹੋਵੇ ਚਾਹੇ ਲਿਬਰਲ ਸਰਕਾਰ ਹੋਵੇ, ਚਾਹੀਦਾ ਇਹ ਹੈਗਾ ਵੀ ਜਿਹੜੇ ਕੈਪੀਟਲ ਫੰਡਿੰਗ ਹੈਗੀ ਆ ਉਹਨੂੰ ਕੋਈ ਇੱਕ ਸਪੈਸ਼ਲ ਮਾਡਲ ਦੇ ਕੇ ਕਿਸੇ ਇੱਕ ਪਾਰਟਿਕੂਲਰ ਈਅਰ ਦੇ ਵਿੱਚ ਮੈਕਸਿਮਮ ਫੰਡਿੰਗ ਦਿੱਤੀ ਜਾਵੇ ਤਾਂ ਜੋ ਜਿਹੜੇ ਬਹੁਤ ਹੀ ਜ਼ਿਆਦਾ ਰਫ਼ਤਾਰ ਨਾਲ ਜਿਹੜੇ ਸਕੂਲ ਡਿਸਟ੍ਰਿਕਟ ਵੱਧ ਰਹੇ ਜਿਨ੍ਹਾਂ ਦੇ ਵਿੱਚ ਸਰੀ ਪਹਿਲੇ ਨੰਬਰ ਦੇ ਉੱਤੇ ਆ, ਐਟਲੀਸਟ ਉਹਨਾਂ ਦੀ ਜਿਹੜੀ ਪੋਰਟੇਬਲਸ ਦੀ ਸਮੱਸਿਆ ਉਹਨੂੰ ਜਿਹੜਾ ਕੋਈ ਨਾ ਕੋਈ ਉਹਦਾ ਹੱਲ ਹੋ ਸਕਦਾ। ਉਸੇ ਤਰੀਕੇ ਨਾਲ ਹੀ ਹੋ ਸਕਦਾ ਜਦੋਂ ਇੱਕ ਬਹੁਤ ਹੀ ਵੱਡੀ ਰਾਸ਼ੀ ਜਿਹੜੀ ਸਰੀ ਸਕੂਲ ਡਿਸਟ੍ਰਿਕਟ ਨੂੰ ਦਿੱਤੀ ਜਾਊਗੀ। ਤੇ ਜਦੋਂ ਥਿੰਦ ਸਾਹਿਬ ਤੁਸੀਂ ਸਿਟੀ ਦੇ ਵਿੱਚ ਵੀ ਜਾਣਦੇ ਹੋ ਸਾਰੇ ਕੁਛ ਨੂੰ, ਜਿਹੜੀ ਇਹ ਪਲੈਨਿੰਗ ਹੁੰਦੀ ਆ ਵੀ ਟਾਊਨ ਹਾਊਸਿਸ ਬਣ ਰਹੇ ਆ, ਇੰਨੇ ਲੋਕ ਰਹਿ ਰਹੇ ਆ, ਬਾਕੀ ਚੀਜ਼ਾਂ ਨਹੀਂ ਇਹਦੇ ਨਾਲ ਲਈਆਂ ਜਾਂਦੀਆਂ ਵੀ ਇੰਨੇ ਜੇ ਲੋਕ ਰਹਿ ਰਹੇ ਨਾਲ ਇੰਨੀਆਂ ਪਾਰਕ ਤੇ ਇੰਨੇ ਸਕੂਲ ਜ਼ਰੂਰੀ ਆ? ਦੇਖੋ ਲੰਬੇ ਸਮੇਂ ਤੋਂ ਜਿਹੜੀ ਬਹੁਤ ਜ਼ਿਆਦਾ ਆਪਾਂ ਕਹੀਏ ਵੀ ਕੋਲੈਬੋਰੇਟਿਵ ਤਰੀਕੇ ਦੇ ਨਾਲ ਇਹ ਪਲੈਨਿੰਗ ਨਹੀਂ ਹੋਈ। ਪਿਛਲੇ ਤਕਰੀਬਨ 4 ਜਾਂ 5 ਸਾਲਾਂ ਤੋਂ ਇਹ ਜਿਹੜੀ ਪਲੈਨਿੰਗ ਸਟਾਰਟ ਹੋਈ ਆ ਜਿਹਦੇ ਵਿੱਚ ਸਿਟੀ, ਸਕੂਲ ਡਿਸਟ੍ਰਿਕਟ ਤੇ ਮਿਨਿਸਟਰੀ ਆਫ ਐਜੂਕੇਸ਼ਨ ਇਹ ਤਿੰਨੋਂ ਹੀ ਜਿਹੜੇ ਅਦਾਰੇ ਹੈਗੇ ਇਕੱਠੇ ਬੈਠਦੇ ਆ ਤੇ ਉਹਦੇ ਵਿੱਚ ਇੱਕ ਕੈਪੀਟਲ ਪ੍ਰੋਜੈਕਟ ਆਫਿਸ ਸਰੀ ਨੂੰ ਇੱਕ ਦਿੱਤਾ ਗਿਆ ਜਿਹੜਾ ਕਿ ਪੂਰੇ ਸੂਬੇ ਵਿੱਚ ਹੋਰ ਕਿਸੇ ਵੀ ਸਕੂਲ ਡਿਸਟ੍ਰਿਕਟ ਦੇ ਵਿੱਚ ਨਹੀਂ ਹੈਗਾ। ਕੈਪੀਟਲ ਪ੍ਰੋਜੈਕਟ ਆਫਿਸ ਦਾ ਕੰਮ ਇਹ ਹੈਗਾ ਸਰੀ ਦੇ ਵਿੱਚ ਜਿਹਦੇ ਵਿੱਚ ਕਿ ਸਕੂਲ ਡਿਸਟ੍ਰਿਕਟ ਦੇ ਵੀ ਨੁਮਾਇੰਦੇ ਹੈਗੇ, ਐਜੂਕੇਸ਼ਨ ਮਿਨਿਸਟਰੀ ਦੇ ਵੀ ਨੁਮਾਇੰਦੇ ਹੈਗੇ ਆ, ਫਾਈਨੈਂਸ ਮਿਨਿਸਟਰੀ ਵਾਲੇ ਪਾਸੇ ਵੀ ਨੁਮਾਇੰਦੇ ਹੈਗੇ ਤੇ ਸਿਟੀ ਵੱਲੋਂ ਵੀ ਨੁਮਾਇੰਦੇ ਹੈਗੇ ਆ। ਉਹਨਾਂ ਦਾ ਕੰਮ ਇਹ ਹੈ ਵੀ ਇਹੀ ਫਾਈਂਡ ਆਊਟ ਕਰਨਾ ਵੀ ਕਿਹੜੇ ਏਰੀਆਜ਼ ਦੇ ਵਿੱਚ ਹੁਣ ਅੱਗੇ ਗਰੋਥ ਹੋਣੀ ਆ, ਕਿੱਥੇ ਸਾਨੂੰ ਲੈਂਡ ਹੁਣੇ ਪਰਚੇਜ਼ ਕਰਨ ਦਾ ਲੋੜ ਹੈਗੀ ਆ ਤੇ ਕਿੱਥੇ ਸਾਨੂੰ ਐਡੀਸ਼ਨ ਕਰਨ ਦੀ ਲੋੜ ਹੈਗੀ ਆ, ਕਿੱਥੇ ਅਸੀਂ ਨਵੇਂ ਸਕੂਲ ਬਣਾਉਣੇ ਆ। ਜੇ ਇਹ ਪਲੈਨਿੰਗ ਅੱਜ ਤੋਂ 15 ਜਾਂ 20 ਸਾਲ ਪਹਿਲਾਂ ਹੋਈ ਹੁੰਦੀ ਤਾਂ ਜਿਹੜੇ ਹੁਣ ਆਹ ਸਲੀਵਨ ਏਰੀਆ ਦੇ ਵਿੱਚ ਅਸੀਂ $35 ਮਿਲੀਅਨ ਦੀ ਲੈਂਡ ਬਾਏ ਕੀਤੀ ਆ, ਹੋ ਸਕਦਾ ਇਹ ਲੈਂਡ ਉਦੋਂ ਸਾਨੂੰ ਤਕਰੀਬਨ $1 ਮਿਲੀਅਨ ਜਾਂ ਉਹਦੇ ਤੋਂ ਵੀ ਘੱਟ ਦੀ ਮਿਲ ਜਾਂਦੀ। ਸੋ ਜਿਹੜੀ ਪਲੈਨਿੰਗ ਹੈ ਜਿਹੜੀ ਲੈਂਡ ਪਹਿਲਾਂ ਪਰਚੇਜ਼ ਕਰਨ ਦੀ ਉਹ ਬਹੁਤ ਹੀ ਜ਼ਰੂਰੀ ਹੈਗੀ ਆ। ਮਿਨਿਸਟਰੀ ਦੀ ਗਾਈਡਲਾਈਨਸ ਕੋਈ ਡਿਫਰੈਂਟ ਹੈਗੀਆਂ, ਉਹਨਾਂ ਦੀ ਇਹ ਹੈ ਵੀ ਜਦੋਂ ਇੱਕ ਸਰਟੇਨ ਅਮਾਊਂਟ ਦੀ ਪੋਪੂਲੇਸ਼ਨ ਕਿਸੇ ਏਰੀਏ ਵਿੱਚ ਨਹੀਂ ਹੋ ਸਕਦੀ ਉੱਥੇ ਤੁਸੀਂ ਨਵੀਂ ਲੈਂਡ ਨਹੀਂ ਬਾਏ ਕਰ ਸਕਦੇ, ਨਵਾਂ ਸਕੂਲ ਨਹੀਂ ਬਣਾ ਸਕਦੇ। ਸੋ ਕੁਛ ਪਾਲਿਸੀ ਜਿਹੜੀਆਂ ਉਹ ਮਿਨਿਸਟਰੀ ਲੈਵਲ 'ਤੇ ਵੀ ਚੇਂਜ ਕਰਨ ਦੀ ਲੋੜ ਹੈਗੀ ਆ। ਸਿਟੀ ਵੱਲੋਂ ਜਿਹੜੇ ਆਪਣੇ ਮੌਜੂਦਾ ਮਾਨਯੋਗ ਡਗ ਮੁਕੱਲਮ ਸਾਹਿਬ ਮੇਅਰ ਹੈਗੇ ਆ ਉਹਨਾਂ ਵੱਲੋਂ ਬਹੁਤ ਹੀ ਜ਼ਿਆਦਾ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ ਅੱਜ ਦੀ ਤਰੀਕ ਦੇ ਵਿੱਚ ਕਿ ਜਿਹੜੇ ਸਿਟੀ ਦੇ ਵਿੱਚ ਜੋ ਵੀ ਕਾਰਗੁਜ਼ਾਰੀ ਹੋ ਰਹੀ ਹੈ ਸਕੂਲਾਂ ਨੂੰ ਲੈ ਕੇ, ਚਾਹੇ ਉਹ ਪਰਮਿਟਸ ਦੀ ਗੱਲ ਹੈ, ਚਾਹੇ ਪੋਰਟੇਬਲਸ ਦੀ ਮੂਵਿੰਗ ਦੀ ਗੱਲ ਹੈ, ਉਹਨੂੰ ਬਹੁਤ ਹੀ ਜ਼ਿਆਦਾ ਸੀਰੀਅਸਲੀ ਗੰਭੀਰਤਾ ਨਾਲ ਲਿਆ ਜਾ ਰਿਹਾ ਤੇ ਬੜੀ ਰਫ਼ਤਾਰ ਨਾਲ ਜਿਹੜਾ ਕੰਮ ਸਾਡਾ ਹੋ ਰਿਹਾ ਹੈਗਾ। ਸੋ ਉਸ ਲਈ ਮੈਂ ਸਿਟੀ ਦਾ ਤੇ ਮੇਅਰ ਦਾ ਤੇ ਸਾਰੇ ਹੀ ਕਾਉਂਸਲਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ। ਤੇ ਸਭ ਆਖਰੀ ਸਵਾਲ, ਕਾਰਨ ਕੋਈ ਵੀ ਰਿਹਾ ਹੋਵੇ ਕਿ NDP ਸੀ, ਲਿਬਰਲ ਸੀ, ਸਿਟੀ ਸੀ, ਇਹਦੀ ਪਲੈਨਿੰਗ ਆ, ਕੀ ਮਾਮਲਾ ਆ, ਜਿਹੜੇ ਬੱਚੇ ਪੋਰਟੇਬਲ 'ਚ ਪੜ੍ਹ ਰਹੇ ਆ ਜਾਂ ਪੜ੍ਹ ਕੇ ਚਲੇ ਗਏ ਉਹ ਦੁਬਾਰਾ ਉਹਨਾਂ ਕੋਲੇ ਟਾਈਮ ਨਹੀਂ ਆਉਣਾ ਲਾਈਫ ਦੇ ਵਿੱਚ। ਅਸੀਂ ਦੁਨੀਆ ਦੇ ਇੱਕ ਬਿਹਤਰੀਨ ਦੇਸ਼ ਦੇ ਵਿੱਚ ਰਹਿ ਰਹੇ ਹਾਂ ਤੇ ਉਹਦੇ ਸਕੂਲਾਂ ਦੇ ਵਿੱਚ ਜਿੱਥੇ ਮੋਲਡ ਵੀ ਹੋਵੇ ਤੇ ਜਿੱਥੇ ਚੂਹੇ ਵੀ ਦੌੜੇ ਫਿਰਦੇ ਹੁਣ, ਵਾਸ਼ਰੂਮ ਵੀ ਨਾ ਹੋਵੇ, ਉਹ ਬੱਚਿਆਂ ਦੇ ਨੁਕਸਾਨ ਦਾ ਜ਼ਿੰਮੇਵਾਰ ਤੁਹਾਡੇ ਹਿਸਾਬ ਨਾਲ ਕੌਣ ਆ? ਕਿਹਦੇ ਸਿਰ ਜ਼ਿੰਮੇਵਾਰੀ ਪਾਉਣੀ ਚਾਹੀਦੀ ਆ ਵੀ ਆਹ ਬੰਦਾ ਜ਼ਿੰਮੇਵਾਰ ਆ ਕਿ ਬੱਚੇ ਪੋਰਟੇਬਲ 'ਚ ਪੜ੍ਹ ਗਏ? ਡਾਇਰੈਕਟਲੀ ਜਿਹੜੀ ਜੇ ਆਪਾਂ ਗੱਲ ਕਰੀਏ ਤਾਂ ਸੂਬਾ ਸਰਕਾਰ ਹੈ ਜੀ, ਚਾਹੇ ਕੋਈ ਵੀ ਸਰਕਾਰ ਹੋਵੇ, ਚਾਹੇ ਉਹ NDP ਹੈ ਚਾਹੇ ਲਿਬਰਲ ਹੈ। ਜੇ ਇਨਡਾਇਰੈਕਟਲੀ ਗੱਲ ਕਰੀਏ ਕਿਤੇ ਨਾ ਕਿਤੇ ਸਕੂਲ ਡਿਸਟ੍ਰਿਕਟ ਤੇ ਸਿਟੀ ਵੀ ਉਹਦੇ ਵਿੱਚ ਆਪਣੇ ਜ਼ਿੰਮੇਵਾਰ ਹੋਣੇ ਚਾਹੀਦੇ ਆ, ਕਿਉਂਕਿ ਜੇ ਪਲੈਨਿੰਗ ਦੀ ਗੱਲ ਕਰੀਏ ਤਾਂ ਪਲੈਨਿੰਗ ਪ੍ਰੋਪਰ ਹੋਣੀ ਚਾਹੀਦੀ ਆ। ਵੀ ਕਿਸੇ ਵੀ ਹੁਣ ਸਿਟੀ ਦੀ ਜ਼ਿੰਮੇਵਾਰੀ ਸੀਗੀ ਜਦੋਂ ਵੀ ਤੁਸੀਂ ਕੋਈ ਨਵੀਂ NCP ਲੈ ਕੇ ਆਉਂਦੇ ਹੋ ਉਹਦੇ ਵਿੱਚ ਜਿਹੜੀ ਸਕੂਲਾਂ ਲਈ ਜਾਂ ਪਾਰਕ ਲਈ ਜਿਹੜੀ ਜਗ੍ਹਾ ਉਹ ਰੱਖਣੀ ਚਾਹੀਦੀ ਸੀਗੀ, ਉਹ ਪਹਿਲਾਂ ਪਲੈਨਿੰਗਸ ਦੇ ਵਿੱਚ ਨਹੀਂ ਹੋਈਆਂ ਹੈਗੀਆਂ। ਪੋਰਟ ਕੈਲਸ ਸਾਨੂੰ ਪਤਾ ਹੁਣ ਨੈਕਸਟ ਡਿਵੈਲਪਮੈਂਟ ਏਰੀਆ ਹੈਗਾ, ਪੋਰਟ ਕੈਲਸ ਦੇ ਵਿੱਚ ਸਕੂਲ ਦੀ ਲੈਂਡ ਜਿਹੜੀ ਅੱਜ ਤੋਂ 4-5 ਸਾਲ ਪਹਿਲਾਂ ਹੀ ਜਿਹੜੀ ਉੱਥੇ ਬਾਏ ਕਰ ਲਈ ਸੀ। ਇਹੋ ਜਿਹੀ ਪਲੈਨਿੰਗ ਜਿਹੜੀ ਉਹ ਅੱਜ ਤੋਂ 20-25 ਸਾਲ 30 ਸਾਲ ਪਹਿਲਾਂ ਦੀ ਜਿਹੜੀ ਹੋਣੀ ਬਹੁਤ ਜ਼ਰੂਰੀ ਸੀ, ਜਿਹੜੀ ਨਹੀਂ ਹੋਈ, ਜਿਹਦਾ ਕਿ ਖਜ਼ਾਨਾ ਅਸੀਂ ਅੱਜ ਭੁਗਤ ਰਹੇ ਹਾਂ। ਹਾਂਜੀ, ਸੂਬਾ ਸਰਕਾਰ ਦਾ ਸਾਰਿਆਂ ਨਾਲੋਂ ਵੱਡਾ ਇਹਦੇ ਵਿੱਚ ਯੋਗਦਾਨ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਫੰਡਿੰਗ ਆਉਂਦੀ ਆ। ਬਿਨਾਂ ਫੰਡਿੰਗ ਤੋਂ ਨਾ ਤੁਸੀਂ ਲੈਂਡ ਪਰਚੇਜ਼ ਕਰ ਸਕਦੇ ਹੋ, ਨਾ ਨਵਾਂ ਸਕੂਲ ਬਣਾ ਸਕਦੇ ਹੋ ਤੇ ਨਾ ਹੀ ਕੋਈ ਐਡੀਸ਼ਨ ਕਰ ਸਕਦੇ ਹੋ ਜੀ। ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ, ਮਿਹਰਬਾਨੀ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।
ਦੋਸਤੋ ਅਸੀਂ ਗੱਲਬਾਤ ਕੀਤੀ, ਤੁਸੀਂ ਵਿਚਾਰ ਸੁਣ ਲਿਆ ਜਿੰਨੀ ਸਿਮਸ ਹੋਣਾ ਦੇ, ਗੈਰੀ ਥਿੰਦ ਹੋਣਾ ਦੇ। ਜ਼ਿੰਮੇਵਾਰ ਪਤਾ ਨਹੀਂ ਕੌਣ ਆ, ਪਰ ਇਹਦਾ ਭੁਗਤਣਾ ਬੱਚਿਆਂ ਨੂੰ ਪਿਆ ਤੇ ਅੱਜ ਵੀ ਭੁਗਤ ਰਹੇ ਆ। ਕਿਸੇ ਨਾ ਕਿਸੇ ਪੱਖ ਤੋਂ ਜ਼ਿੰਮੇਵਾਰ ਲੋਕ ਵੀ ਨੇ ਜਿਹੜੇ ਸਵਾਲ ਨਹੀਂ ਕਰ ਰਹੇ ਕਿ ਪੋਰਟੇਬਲਸ, ਜਦੋਂ ਇਲੈਕਸ਼ਨ ਹੁੰਦੀ ਆ ਉਹਦੇ ਤੋਂ ਪਹਿਲਾਂ ਇੱਕ ਮਸਲਾ ਜਿਹਾ ਆਉਂਦਾ, ਕੁਝ ਨੰਬਰ ਸਾਨੂੰ ਦਿੱਤੇ ਜਾਂਦੇ ਆ ਤੇ ਲੋਕ ਉਹਦੇ ਪਿੱਛੇ ਉਲਝ ਕੇ ਰਹਿ ਜਾਂਦੇ ਆ। ਪੋਰਟੇਬਲਸ ਆ ਗਏ ਚਲੇ ਗਏ, ਉਹ ਆਪਣਾ ਨੰਬਰ ਦੇ ਦਿੰਦੇ ਆ। ਜੇ ਲੋਕ ਇਸ ਗੱਲ ਦੀ ਮੰਗ ਕਰਨਗੇ ਕਿ ਇਹਨੂੰ ਹਟਾਇਆ ਜਾਵੇ ਤਾਂ ਕੋਈ ਵੀ ਸਰਕਾਰ ਇਹਨੂੰ ਹਟਾਉਣਾ ਉਹਦੇ ਲਈ ਜ਼ਰੂਰੀ ਹੋ ਜਾਊਗਾ। ਮਸਲੇ ਕਈ ਨੇ। ਸਰੀ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਆ, ਇੱਥੇ ਪੋਪੂਲੇਸ਼ਨ ਬਹੁਤ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੋਪੂਲੇਸ਼ਨ ਵਧਣੀ ਵੀ ਆ। ਜੇ 1-1 ਏਕੜ ਦੇ 3 ਘਰ ਸੀ, ਹੁਣ ਉਹਨਾਂ ਤਿੰਨਾਂ ਨੂੰ ਜੋੜ ਕੇ ਉੱਥੇ 50 ਟਾਊਨ ਹਾਊਸ ਬਣ ਗਏ। ਉਹਦੇ ਵਿੱਚ ਜਿੰਨੀ ਪੋਪੂਲੇਸ਼ਨ ਵੱਧ ਗਈ, ਸਕੂਲ ਉੱਥੇ ਇੱਕ ਹੀ ਆ, ਉਹ ਬੱਚੇ ਕਿੱਥੇ ਜਾਣਗੇ? ਜਾਂ ਤਾਂ ਸਿਟੀ ਇਹਦੇ 'ਚ ਕੁਛ ਕਰ ਸਕਦੀ ਆ ਵੀ ਉਹਦੇ ਲਈ ਪਹਿਲਾਂ ਸਕੂਲ ਜ਼ਰੂਰ, ਜਦੋਂ ਬਿਲਡਿੰਗਸ ਬਣਦੀਆਂ ਆ ਉਹਦੇ ਵਿੱਚ ਇੰਨੇ ਪਾਰਕ ਚਾਹੀਦੇ ਆ, ਇੰਨੇ ਸਕੂਲ ਚਾਹੀਦੇ ਆ। ਪਤਾ ਨਹੀਂ ਕਾਨੂੰਨ ਇਹਦੇ 'ਚ ਕੀ ਕਹਿੰਦਾ, ਉਹ ਪਾਸ ਹੋਣੇ ਚਾਹੀਦੇ ਆ। ਪਰ ਸਾਡਾ ਤੁਹਾਡਾ ਰੌਲਾ ਇੰਨਾ ਆ ਕਿ ਸਾਨੂੰ ਇਹਨਾਂ ਨੂੰ ਪੁੱਛਣਾ ਜ਼ਰੂਰ ਚਾਹੀਦਾ, ਮੰਗ ਜ਼ਰੂਰ ਕਰਨੀ ਚਾਹੀਦੀ ਆ ਵੀ ਇਸ ਮਸਲੇ ਦਾ ਹੱਲ ਹੋਵੇ। ਕਿਸੇ ਦੇਸ਼ ਦੇ ਵਿੱਚ ਭਾਵੇਂ ਜਿੰਨੀ ਮਰਜ਼ੀ ਤਰੱਕੀ ਕੋਈ ਕਰ ਲਵੇ, ਉੱਥੇ ਦੇ ਬੱਚੇ ਕਿਸ ਸਿਸਟਮ ਦੇ ਵਿੱਚ ਪੜ੍ਹ ਰਹੇ ਆ, ਜੇ ਉਹਨਾਂ ਕੋਲੇ ਪੜ੍ਹਨ ਲਈ ਸਕੂਲ ਹੀ ਪ੍ਰੋਪਰ ਨਹੀਂ, ਪ੍ਰੋਪਰ ਸਕੂਲ ਜਿਹੜੇ ਕਿ ਹੁਣ ਥਰਡ ਵਰਲਡ ਕੰਟਰੀਜ਼ ਦੇ ਵਿੱਚ ਵੀ ਬਹੁਤ ਵਧੀਆ ਨੇ, ਜੇ ਤੁਹਾਡੇ ਕੋਲ ਸਕੂਲ ਪ੍ਰੋਪਰ ਨਹੀਂ ਆ ਤੇ ਜਾਂ ਇਹ ਮੰਨ ਲਓ ਕਿ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਤਰ੍ਹਾਂ ਹੀ ਰਹਿਣਾ, ਪੋਰਟੇਬਲਸ ਨੂੰ ਹੀ ਮੰਨ ਲਿਆ ਜਾਵੇ ਕਿ ਐਸੇ ਤਰ੍ਹਾਂ ਹੀ ਹੁੰਦਾ ਆ ਤੇ ਇਹਦੇ ਵਿੱਚ ਐਸੇ ਤਰ੍ਹਾਂ ਹੀ ਬੱਚੇ ਪੜ੍ਹਨਗੇ, ਜਾਂ ਇਹਦਾ ਕੋਈ ਮਤਲਬ ਬੱਚੇ ਦੀ ਜਿਹੜੀ ਲਰਨਿੰਗ ਆ ਉਹਦੇ ਉੱਤੇ ਅਸਰ ਕੋਈ ਨਹੀਂ ਪੈਂਦਾ, ਜਾਂ ਇਸ ਤਰ੍ਹਾਂ ਮੰਨ ਲਿਆ ਜਾਵੇ। ਨਹੀਂ ਤਾਂ ਸ਼ਾਇਦ ਕਿਸੇ ਵਿਅਕਤੀ ਦੀ ਸਭ ਤੋਂ ਜ਼ਰੂਰੀ ਚੀਜ਼ ਉਹਦੀ ਔਲਾਦ, ਉਹਦੀ ਪੜ੍ਹਾਈ। ਇਸ ਮਾਮਲੇ ਦੇ ਵਿੱਚ ਸਿਟੀ ਨੂੰ, ਪ੍ਰੋਵਿੰਸ ਨੂੰ, ਸਾਰਿਆਂ ਨੂੰ ਘੱਟੋ ਘੱਟ ਤੁਹਾਨੂੰ ਸਵਾਲ ਜ਼ਰੂਰ ਕਰਨੇ ਚਾਹੀਦੇ ਆ। ਕੈਮਰਾਮੈਨ ਅਮਿਤ ਮਨੇਸਰ ਨਾਲ ਜਸਕਰਨ, ਚੈਨਲ ਪੰਜਾਬੀ, ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।